अस्सलामुअलैकुम। प्रोग्राम तफ्तीशी के साथ मैं हूं सलमान कुरैशी। नाजरीन, सियालकोट के इलाका पसरूर में 34 साला खातून को बेदर्दी के साथ सर में गोलियां मारकर कत्ल कर दिया गया और उसकी लाश को नहर में फेंक दिया गया। वो खातून कौन थी, पुलिस मुल्जमान तक कैसे पहुंची और उसके कत्ल के पीछे वजूहात हैं क्या, ये बताएंगे आज के प्रोग्राम तफ्तीशी में। कुड़ी ने माँ प्यो भी छड्डिया, सहुरे भी छड्डे ते जिन्ना ना नस्सी है ਉਹਨਾਂ ਨਹੀਂ ਮਾਰਤਾ, ਉਹਨਾਂ ਹੀ ਮਾਰ ਛੜੀਏ। ਉਹਨਾਂ ਨੂੰ ਇਹ ਹੋਣਾ ਚਾਹੀਦਾ ਸੀ ਭਈ ਉਹਨੇ ਸਹੁਰੇ ਵੀ ਛੱਡੇ, ਬੰਦਾ ਚੰਗਾ ਭਲਾ ਫੌਜੀ ਛੱਡਿਆ, ਚੰਗਾ ਭਲਾ ਖਾਂਦੇ ਪੀਂਦੇ ਉਹ ਛੱਡੇ, ਮਾਂ ਪਿਓ ਛੱਡਿਆ ਤੇ ਉਹਨਾਂ ਸਾਲ ਡੇਢ ਦੇ ਵਿੱਚ ਠਾਹ ਕਰਕੇ ਮਾਰ ਕੇ ਤੇ ਉਹ ਲਾਂਬੇ ਕੀਤੀਆਂ। ਇੰਜ ਹੋਣਾ ਨਹੀਂ ਚਾਹੀਦਾ ਉਹਨੇ। ਹਾਂ, ਉਹ ਮੇਰੀ ਜਾਨ ਨੂੰ ਪਤਾ, ਸਾਡੇ ਘਰ 1 ਰੁਪਈਆ ਨਹੀਂ ਜਿੱਦਣ ਆਹ ਲਾਸ਼ ਆਉਂਦੀ ਹੈ। ਸਾਨੂੰ ਗੁਆਂਢੀਆਂ ਨੇ ਆਪਣੀ ਗੱਡੀ 'ਚ ਲਾਸ਼ ਲਿਆ ਕੇ ਦਿੱਤੀ। ਸਾਨੂੰ ਦੁੱਖ ਹੈ, ਮੈਂ ਇੰਨਾ ਕੁ ਰੋਨੀ ਹਾਂ, ਮੈਂ ਕਬਰ ਤੇ ਜਾ ਰੋਨੀ ਹਾਂ, ਕਬਰ ਤੇ ਜਾ ਇੱਥੋਂ ਮਾਰਿਆ ਫੇਰ ਤੇ ਇੱਧਰ ਕੱਢਿਆ। ਐਡੀ ਬੇਦਰਦੀ ਨਾ ਉਹ ਮੇਰਾ ਕਲੇਜਾ ਤੇ ਪਾੜਦਾ। ਮੈਂ ਕਦੇ ਹੁਣ ਕੋਲ ਤੇ ਮੈਂ ਵੀ ਉਂਜੀ ਮਾਰਾਂ, ਮੈਂ ਆਪਣੀ यास्मीन ਦੇ ਹੱਥ ਵੇਖ ਰੋਵਾਂ। ਐਡੇ सोने गोगड़े हाथ में यास्मीन। नाजरीन, इस वक्त हमारे साथ मकतूला यास्मीन के अहले खाना मौजूद है, उनके भाई, वालिदा और रिश्तेदार। उन्हीं की ज़ुबानी जान लेते हैं ये कत्ल का अफसोसनाक वाक़या किस तरह से पेश आया। भाई, बड़ा अफसोसनाक वाक़या है, अल्लाह तुहानू सबर देवे। किवें पता लगा, की हो गया है, किवें हो गया कत्ल? ये सर 1.5 साल तो ना साडे नाल राबते च नहीं सी आई यास्मीन। अच्छा। ते ये ना इत्थे साडे मतलब साडे कोल आई सी, इत्थों चली गई सी अपना ना सानू आके कि मैं अपने ना पेके चली गई। अच्छा, ਤੁਹਾਡੀ ਸਿਸਟਰ ਨੇ ਵੱਡੀ ਕਿ ਛੋਟੀ? ਛੋਟੀ ਮੇਰੇ ਤੋਂ ਸਹੁਰੇ ਚੱਲੀ ਗਈ ਮੈਂ ਆਪਣੇ। ਅੱਛਾ। ਤੇ ਇਹ ਗੁਨਾਹ ਇਹਨਾਂ ਲੋਕਾਂ ਨਾਲ ਰਾਬਤਾ ਸੀ ਜਿਨ੍ਹਾਂ ਨੂੰ ਕਤਲ ਕੀਤਾ। ਠੀਕ ਹੈ। ਇਹ ਸਿੱਧੀ ਚਲੀ ਗਈ ਉਹਨਾਂ ਕੋਲ। ਇਹਨੇ ਜਾ ਕੇ ਫੋਨ ਕੀਤਾ ਵੀ ਮੈਂ ਗਮਰਾਹ ਹੋ ਗਈ ਹਾਂ, ਜੀ ਹੋ ਗਿਆ, ਮਤਲਬ ਬਹਾਨਾ ਬੁੱਤਾ ਇਹਨੇ ਸਾਡੇ ਅੱਗੇ ਮਾਰਿਆ। ਕਿਹਨੂੰ ਕੀਤਾ ਫੋਨ? ਹੈ ਤੁਹਾਨੂੰ, ਵਾਲਦਾ ਨੂੰ? ਹਾਂਜੀ, ਅੰਮਾ ਨੂੰ ਕੀਤਾ ਸੀ। ਅੱਛਾ। ਹਾਂ, ਫਿਰ ਬਾਅਦ ਚੋਂ ਆਹ ਦਾ ਪਤਾ ਪੁਤਾ ਕੀਤਾ। ਬਾਅਦ ਚ ਉਹਨੇ ਆਖਿਆ ਮੈਨੂੰ ਨਾ ਲੱਭਣ ਦੀ ਕੋਸ਼ਿਸ਼ ਨਾ ਕਰਿਓ ਤੁਸੀਂ। ਠੀਕ ਹੈ, ਮੈਂ ਚਲੀ ਗਈ ਜਿੱਥੇ ਚਲੀ ਜਾਣਾ ਸੀ। ਠੀਕ ਹੈ। ਉਹ ਤੋਂ ਬਾਅਦ 1.5 ਸਾਲ ਹੋ ਗਿਆ ਇਹਦੇ ਨਾਲ ਕੋਈ ਰਾਬਤਾ ਨਹੀਂ ਕੀਤਾ। ਪਹਿਲੇ ਸ਼ਾਦੀ ਕੀਤੀ ਹੋਈ ਸੀ ਹਾਂਜੀ, ਨਾ? ਪਹਿਲੇ ਸ਼ਾਦੀ ਹੋਈ ਸੀ ਇਹਦੀ। ਤੇ ਉੱਥੋਂ ਕੀ ਤਲਾਕ ਹੋ ਗਈ ਸੀ? ਉੱਥੋਂ ਨਹੀਂ, ਤਲਾਕ ਨਹੀਂ ਹੋਈ, ਵੈਸੇ ਮਤਲਬ ਇਹਨਾਂ ਜਿੰਨਾ ਕਤਲ ਕੀਤਾ ਨਾ, ਇਹਨਾਂ ਦੇ ਝਾਂਸੇ ਵਿੱਚ ਇਹ ਵੀ ਉਹਦੇ ਲਾਗੇ ਰਹਿੰਦੇ ਹਨ ਕਿਤੇ। ਅੱਛਾ। ਇਹਨਾਂ ਦੇ ਝਾਂਸੇ 'ਚ ਆ ਗਈ ਹੈ। ਠੀਕ ਹੈ। ਤੇ ਇਹ ਨਾ ਉਹਨੂੰ ਮਤਲਬ ਉਹਨਾਂ ਦੇ ਨਾਲ ਹੀ ਚਲੀ ਗਈ ਹੈ। ਠੀਕ ਹੈ। ਤੇ ਉੱਥੇ ਫਿਰ ਇਹਨੇ ਕੀ ਸ਼ਾਦੀ ਕੀਤੀ ਹੈ ਨਹੀਂ ਕੀਤੀ, ਇਸ ਚੀਜ਼ ਦਾ ਸਾਨੂੰ ਨਹੀਂ ਪਤਾ। ਠੀਕ ਹੈ। ਫਿਰ ਬਾਅਦ ਚੋਂ ਇਹ ਕੋਈ 1.5 ਸਾਲ ਬਾਅਦ ਇਹਦੇ ਕਤਲ ਦੀ ਖਬਰ ਜਿਹੜੀ ਹੈ ਨਾ, ਮਤਲਬ ਤਸਵੀਰ ਫੇਸਬੁੱਕ ਤੇ ਚੜੀ। ਅਸਾਂ ਵੇਖੀ, ਅੰਮਾ ਨੇ ਵੇਖੀ ਤੇ ਪਛਾਣੀ ਵੀ ਇਹ ਤੇ ਕੁੜੀ ਸਾਡੀ ਯਾਸਮੀਨ ਹੈ। ਉਹ ਫਿਰ ਬਾਅਦ ਚੋਂ ਇੱਥੇ ਆਏ ਆ ਪਸਰੂਰ ਤੇ ਇਹ ਫਲਕਸ਼ੇਰ ਸਾਹਿਬ SHO ਇਹਨਾਂ ਨੂੰ ਮਿਲੇ ਆ ਤੇ ਇਹਨਾਂ ਨੇ ਦੱਸਿਆ ਸਾਨੂੰ ਵੀ ਇਸੇ ਤਰ੍ਹਾਂ ਮੈਂ ਤੁਹਾਡੀਆਂ ਸ਼ਨਾਖਤ ਕੀਤੀ ਵੀ ਸਾਡੀ ਬੱਚੀ ਹੈ। ਠੀਕ ਹੈ। ਤੇ ਕੋਈ ਇਹਦਾ ਪਤਾ ਨਹੀਂ ਸਾਨੂੰ, ਮਤਲਬ ਕਿੰਨਾ ਕੋ ਰਹਿੰਦੀ ਏ, ਕੀ ਕਰਦੀ ਏ, ਕਿੰਨੇ ਮਾਰ ਛੱਡਿਆ, ਕੁਛ ਨਹੀਂ ਪਤਾ, ਸਾਨੂੰ ਕੋਈ ਇਲਮ ਨਹੀਂ ਹੈ। ਠੀਕ ਹੈ। ਫਿਰ ਨੰਬਰ ਸੀ ਸਾਡੇ ਕੋਲ, ਉਹ ਹਾਂ SHO ਸਾਹਿਬ ਨੇ ਦਿੱਤਾ ਸੀ, ਜਿੱਥੋਂ ਰਾਬਤਾ ਕਰਦੀ ਸੀ ਤੁਹਾਡੀ ਸਿਸਟਰ। ਕਦੋਂ ਆਖਰੀ ਵਾਰੀ ਫੋਨ ਆਇਆ ਸੀ? ਆਖਰੀ ਵਾਰੀ ਫੋਨ ਇਹਦੇ ਮਰਨ ਤੋਂ ਪਹਿਲੇ ਕੋਈ 15 ਦਿਨ ਪਹਿਲੇ ਆਇਆ ਸੀ। ਅੱਛਾ। ਛੋਟੀ ਕੁੜੀ ਨੂੰ ਕਾਲ ਆਈ ਸੀ। ਅੱਛਾ, ਆਪਣੀ ਭੈਣ ਨੂੰ? ਹਾਂਜੀ ਕੀਤਾ ਸੀ ਫੋਨ। ਆਹੋ, ਉਹ ਤੋਂ ਬਾਅਦ ਇਹਦਾ ਕੋਈ ਰਾਬਤਾ ਨਹੀਂ ਆਇਆ। ਠੀਕ ਹੈ। ਕੀ ਦੱਸਦੀ ਸੀ, ਕਿਤੇ ਰਹਿ ਰਹੀ ਹੈ, ਸ਼ਾਦੀ ਕਰ ਲਈ ਹੈ, ਕੀ? ਨਹੀਂ, ਸਾਨੂੰ ਨਹੀਂ ਉਹਨੇ ਕੋਈ ਵੀ ਦੱਸਿਆ। ਮੈਂ ਤਾਂ ਉਹਦੇ ਨਾਲ ਗੱਲ ਹੀ ਨਹੀਂ ਕੀਤੀ 1.5 ਸਾਲ ਨਾਲ। ਮੈਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਠੀਕ ਹੈ। ਇਹ ਸਰਵਰਾਂ ਨੇ ਮਤਲਬ ਨੰਬਰ ਤੋਂ ਹੀ ਉਹਨਾਂ ਸਭ ਕੁਝ ਟਰੇਸ ਕੀਤਾ ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਮਤਲਬ ਇਹ ਜਿਹੜੇ ਮੁਲਜ਼ਮ ਨੇ ਨਾ ਇਹ ਫੜੇ ਨੇ। ਜਦੋਂ 1.5 ਸਾਲ ਪਹਿਲੇ ਉਹਨਾਂ ਨੇ ਦੱਸਿਆ ਸੀ ਕਿ ਮੈਂ ਕਿਤੇ ਆ ਗਈ ਹਾਂ, ਉਦੋਂ ਨਹੀਂ ਤੁਹਾਨੂੰ ਪਤਾ ਸੀ ਕਿਤੇ ਚਲੀ ਗਈ ਹੈ? ਨਹੀਂ, ਸਾਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ। ਨਹੀਂ, ਖਬਰ ਹੀ ਨਹੀਂ ਕੀਤੀ, ਪੈਰਵਾਈ ਨਹੀਂ ਕੀਤੀ ਹੈ ਇਹਦੀ। ਮੈਂ ਜਦੋਂ ਚਲੀ ਜੀ ਗਈ ਹੈ। ਠੀਕ ਹੈ। ਫਿਰ ਆਹ ਨਹੀਂ ਇਹਦੀ ਖਬਰ ਪੈਰਵਾਈ ਕੀਤੀ ਹੈ। ਠੀਕ ਹੈ। ਬੱਚੇ ਬੁੱਚੇ ਕੋਈ ਨਹੀਂ ਸੀ? ਬੱਚਿਆਂ ਦਾ ਕੋਈ ਨਹੀਂ ਸੀ। ਸਹੀ। ਤੇ ਫਿਰ ਜਦੋਂ ਇਤਲਾਹ ਮਿਲ ਗਈ, ਇੱਧਰ ਆਏ, ਫਿਰ ਪੋਸਟਮਾਰਟਮ ਵਗੈਰਾ ਤੋਂ ਬਾਅਦ ਲਾਸ਼ ਲੈ ਗਏ? ਹਾਂਜੀ, ਲਾਸ਼ ਲੈ ਗਏ, ਫਿਰ ਜਾ ਕੇ ਅੰਦਰ ਦਫਨ ਕੀਤੀ ਹੈ। ਦਫਨ ਕੀਤੀ? ਹਾਂਜੀ। ਸਹੀ। ਤੇ ਹੋਰ ਬਾਕੀ ਕੰਮ ਮਾੜਾ ਹੋਇਆ, ਇਹਨਾਂ ਨੇ ਵੀ ਮਾੜਾ ਕੀਤਾ ਹੈ। ਮਤਲਬ ਹਰ ਗਲਤੀ ਦੀ ਸਜ਼ਾ ਕਤਲ ਥੋੜੀ ਹੁੰਦੀ ਹੈ। ਕਤਲ ਇਹਨਾਂ ਨੂੰ ਹੀ ਕਰਨਾ ਚਾਹੀਦਾ। ਚਲੋ ਕੋਈ ਹੋਰ ਵੀ ਬੜੀਆਂ ਸਜ਼ਾਵਾਂ ਹੁੰਦੀਆਂ ਨੇ। ਸਿਰ 'ਚ ਗੋਲੀ ਮਾਰੀ ਹੈ, ਸੀਨੇ 'ਚ ਮਾਰੀ ਹੈ। ਠੀਕ ਹੈ। ਤੇ ਲਿਹਾਜ਼ਾ ਉਂਝ ਜਿੰਜ ਇਹਨਾਂ ਨੇ ਕੀਤਾ ਹੈ ਹੋਣਾ ਤੇ ਇਹਨਾਂ ਨਾਲ ਵੀ ਇੰਜ ਹੀ ਚਾਹੀਦਾ। ਜ਼ੁਲਮ ਹੈ। ਹਾਂਜੀ, ਜ਼ੁਲਮ ਕੀਤਾ ਇਹਨਾਂ ਨੇ। ਮਤਲਬ ਇੱਕ ਛੋਟੀ ਜਿਹੀ ਗੱਲ ਤੋਂ ਗੱਲ ਮੰਨੇ ਸੁਣੇ ਨਾ ਤਾਂ ਉਹਨੂੰ ਗੋਲੀਆਂ ਥੋੜੀਆਂ ਮਾਰ ਦੇਦੀਆਂ। ਇੰਜ ਤਾਂ ਨਹੀਂ ਹੋਣਾ ਚਾਹੀਦਾ।
ਤੇ ਇਹ ਤੇ ਆਪਣਾ ਸਾਡੇ SHO ਸਾਹਿਬ ਜੀ ਨਾਲ ਕੋਲ ਕੇਸ ਸੀ, ਇਹਨਾਂ ਨੇ ਮਤਲਬ ਇੱਕ ਫੋਨ ਨੰਬਰ ਤੋਂ ਹੀ ਸਾਰਾ ਕਵਰ ਕਰ ਲਿਆ ਕੰਮ, ਮੁਲਜ਼ਮ ਫੜ ਲਏ ਨੇ, ਸਲਾਖਾਂ ਪਿੱਛੇ ਦੇ ਖੜੇ ਨੇ। ਸਹੀ ਹੈ ਤੁਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਮੁਤਮਈਨ ਹੋ? ਪੁਲਿਸ ਨੇ ਸਹੀ ਕਾਰਵਾਈ ਕੀਤੀ? ਉਹਨਾਂ ਜੋ ਵੀ ਉਹਨਾਂ ਸਾਨੂੰ ਵੀ ਮਤਲਬ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ, ਨਾ ਉਹਨਾਂ ਸਾਨੂੰ ਤੰਗ ਕੀਤਾ ਹੈ। ਉਹਨਾਂ ਜੋ ਵੀ ਕੀਤਾ ਹੈ ਆਪਣੇ ਸਿਰ ਤੇ ਕੀਤਾ ਹੈ ਤੇ ਆਪਣੇ ਮੁਤਾਬਿਕ ਕੀਤਾ ਹੈ। ਬਾਕੀ ਤੁਸੀਂ ਜ਼ਿੰਦਗੀ 'ਚ ਕੋਸ਼ਿਸ਼ ਨਹੀਂ ਕੀਤੀ ਕਿ ਯਾਸਮੀਨ ਨੂੰ ਕਿਸੇ ਤਰੀਕੇ ਸਮਝਾ ਲਵੋ ਜਾਂ ਲੈ ਆਓ? ਕੋਈ ਇਹੋ ਜਿਹਾ ਮਾਮਲਾ ਤਾਂ ਨਹੀਂ ਕੀਤਾ? ਸਮਝਣ ਵਾਲੇ ਪਾਸੇ ਸਮਝਣ ਵਾਲੇ ਪਾਸੇ ਨਹੀਂ ਆਂਦੀ ਨਾ। ਉਹ ਜਿਹਨਾਂ ਲੋਕਾਂ ਦੇ ਢੇਰ ਚੜੀ ਦੀ ਸੀ ਨਾ, ਇਹ ਨਹੀਂ ਉਹਦੀ ਪਹਿਚਾਣ ਦਿੰਦੇ। ਇਹ ਮਤਲਬ ਬਦਮਾਸ਼ ਆਦਮੀ ਹਨ, ਠੀਕ ਹੈ, ਤੇ ਇਹਨਾਂ ਉਹਦੀ ਪੇਸ਼ ਨਹੀਂ ਜਾਂਦੀ, ਤੇ ਹੋ ਸਕੇ ਉਹ ਸੁਧਰ ਹੀ ਜਾਂਦੀ। ਬਾਕੀ ਇਹਨਾਂ ਦੇ ਸਾਏ ਥੱਲੇ ਹੀ ਕੋਈ ਵੀ ਗੱਲ ਕਰਦੀ ਸੀ ਜਾਂ ਉਹਨਾਂ ਨੂੰ ਘੁਮਾਉਂਦੀ, ਮੈਂ ਆਪਣੇ ਦੇ ਨਾਲ ਕਹਿਣ ਡਿਆ ਤੇ ਉਹਦੇ ਤੇ ਦਬਾਅ ਰੱਖਦੇ ਹਨ। ਵੇਖੋ ਹੁਣ ਇੱਕ ਛੋਟੀ ਜਿਹੀ ਗੱਲ ਤੋਂ ਮਤਲਬ ਇੱਕ ਫੋਨ ਹੀ ਕਹਿਣ ਡੇ ਹਨ ਕਿ ਸਾਰੇ ਦੀ ਮਤਲਬ ਕਿਤੇ ਲਾਂਭੇ ਕਰਦੀਆਂ, ਜੋ ਵੀ ਕਰ ਹੋ ਸਕੇ ਉਹ ਕਿਸੇ ਹੋਰ ਨੂੰ ਕਰਦੀ, ਆਪਣੀ ਕਿਸੇ ਭੈਣ ਨੂੰ ਕਰਦੀ ਸੀ, ਤੇ ਉਹਨੂੰ ਐਸੇ ਸ਼ੱਕ ਦੀ ਬਣਾ ਤੇ ਉਹਨੂੰ ਮਤਲਬ ਗੋਲੀਆਂ ਮਾਰ ਦਿੱਤੀਆਂ ਨੇ। ਮਾਂ ਜੀ ਨਾਲ ਗੱਲ ਮਾਂ ਜੀ, ਬੜਾ ਅਫਸੋਸਨਾਕ ਵਾਕਿਆ ਹੈ। ਹਾਂਜੀ, ਅਫਸੋਸਨਾਕ ਕਿਵੇਂ ਪਤਾ ਲੱਗਾ ਤੁਹਾਨੂੰ? ਸਾਨੂੰ ਤੇ ਪੁੱਤਰ ਇਸੇ ਤਰ੍ਹਾਂ ਹੀ ਸਾਨੂੰ ਇੰਨਾ ਹੀ ਦੱਸਿਆ, ਗਰੁੱਪ ਦੇ ਵਿੱਚ ਆਈ ਇਹਦੀ ਤਸਵੀਰ। ਅੱਛਾ, ਕਿੰਨੇ ਵਿਖਾਈ ਤੁਹਾਨੂੰ? ਤੇ ਸਾਡੇ ਮਹੱਲੇ 'ਚ ਹੀ ਅੱਛਾ, ਆਮ ਲੋਕਾਂ ਦੇ ਆਈ ਸੀ ਮੋਬਾਈਲਾਂ ਤੇ ਕਿ ਠੀਕ ਹੈ। ਉਹਨਾਂ ਕਿਤੇ ਪਹਿਲਾਂ ਘਰ ਵੇਖੀਏ, ਉਹਨਾਂ ਆਖਿਆ ਕਿ ਇਹ ਤੇ ਚਾਚੀ ਦੀ ਕੁੜੀ ਹੈ ਯਾਸਮੀਨ ਦੀ। ਸਹੀ ਹੈ। ਤੇ ਫਿਰ ਨਾ ਮੈਂ ਕਿਸੇ ਦੇ ਘਰ ਗਈ ਸਾਂ, ਕਿਸੇ ਦਾ ਪੀਣ ਚੁਗਣ। ਫਿਰ ਮੇਰੀ ਨੂੰਹ ਗਈ ਹੈ ਰੋਂਦੀ, ਇਹ ਅੰਮਾ ਭਾਈ ਤਨਵੀਰ ਆਇਆ ਹੈ, ਆਂਦਾ ਭਈ ਯਾਸਮੀਨ ਦੀ ਤਸਵੀਰ ਹੈ। ਮੈਂ ਆਈ ਹਾਂ ਘਰ ਵੇਖਿਆ ਤੇ ਉਹਨਾਂ ਮੈਨੂੰ ਤਸਵੀਰ, ਤੇ ਮੈਂ ਹੈ ਤੇ ਯਾਸਮੀਨ। ਰੋਂਦੀਆਂ ਪਿੱਟੀਆਂ ਖਪੀ ਤਪੀਆਂ। ਫਿਰ ਆਹ ਨਾਲ ਪਿੰਡ ਦੇ ਬੰਦੇ ਲਏ ਨੇ, ਪਰ ਹੁਣ ਕਤਲ ਹੋਇਆ ਸੀ, ਐਵੇਂ ਅਸੀਂ ਖੜ੍ਹ ਵਿੱਚ ਨਹੀਂ ਖਾ ਸਕਦੇ। ਪਿੰਡ ਦੇ ਬੰਦੇ ਲਏ ਨੇ, ਉਹਨਾਂ ਉੱਤੇ ਤਸਵੀਰ ਦਿੱਤੀ ਹੈ, ਨੰਬਰ ਦਿੱਤਾ ਆਪਣਾ ਵੀ ਹਸਪਤਾਲ ਦਾ, ਥਾਣੇ ਦਾ, ਉਹਨਾਂ ਨੰਬਰ ਦਿੱਤੇ ਨੇ। ਫਿਰ ਉਹਨਾਂ ਆਖਿਆ ਕਿ ਇਹ ਜੇ ਕਿਸੇ ਦੀ ਹੈ, ਕਿਸੇ ਨੇ ਪਛਾਣ ਲਈਏ ਤੇ ਸਾਡੇ ਨਾਲ ਰਾਬਤਾ ਕਰੋ, ਫਲਾਣੀ ਜਗ੍ਹਾ ਆ ਕੇ ਲੈ ਜਾਓ। ਬੰਦੇ ਨਾਲ ਲਿਆਂਦੇ ਨੇ, ਅਸਾਂ ਹਸਪਤਾਲੋਂ ਲਾਸ਼ ਕੜੀ ਹੈ। ਸਾਡੇ ਕੋਲ ਪੈਸਾ ਇੱਕ ਨਹੀਂ ਆ, ਐਸੇ ਤਰ੍ਹਾਂ ਚੁੱਕ ਚੁਕਾ ਕੇ ਉਹਦਾ ਖਫਨ ਦਫਨ ਕੀਤਾ ਵਿਚਾਰੀ ਦਾ। ਹੈ ਸਹੀ। ਤੇ ਮਾਂ ਦੁੱਖ ਬਥੇਰਾ ਲੱਗਦਾ। ਉਹ ਮਾਰਨ ਧੌਲ ਤਫਾ ਕਰੋ, ਤੁਸੀਂ ਸਾਡੇ ਘਰ ਵਾੜੋ, ਇੱਥੇ ਗੋਲੀਆਂ। ਕੋਈ ਮਾਂ ਵੇਖ ਕੇ ਜਿੰਦੀ ਜੇ ਆਪਣੀ ਧੀ ਨੂੰ। ਹੁਣ ਅਸੀਂ ਬੱਚੇ ਨਿੱਕੇ ਮੇਰੇ ਬੱਚਿਆਂ ਦੇ ਨਾ ਮਾਰਿਆ ਸੀ, ਆਖਿਆ ਕਿ ਹੁਣ। ਕਿੰਨੇ ਬੱਚੇ ਮਾਂ ਜੀ ਤੁਹਾਡੇ? ਮੇਰੇ 2 ਪੁੱਤਰ ਨੇ, 7 ਮੇਰੀਆਂ ਧੀਆਂ। ਇਹ ਕਿੰਨਵੇਂ ਨੰਬਰ ਤੇ ਸੀ ਬੇਟੀ? ਵੱਡੀ ਸੀ ਸਭ ਤੋਂ? ਇਹਦੇ ਤੋਂ ਇੱਕ ਮੁੰਡਾ ਛੋਟਾ ਹੈ। ਬੇਟੀਆਂ 'ਚ ਵੱਡੀ ਹੈ? ਇਹ ਤਾਂ ਇੱਕ ਮੁੰਡਾ ਛੋਟਾ ਤੇ 2 ਬੱਚੀਆਂ ਛੋਟੀਆਂ ਨੇ। ਅੱਛਾ, ਚੌਥੇ ਨੰਬਰ ਤੇ। ਤੇ ਕਦੋਂ ਪਹਿਲੀ ਵਾਰੀ ਸ਼ਾਦੀ ਕੀਤੀ ਸੀ ਯਾਸਮੀਨ ਦੀ? ਇਹ ਯਾਸਮੀਨ ਦੀ ਸ਼ਾਦੀ ਮੈਂ ਕੀਤੀ ਦੋਵਾਂ ਭੈਣਾਂ ਦੀ ਇਕੱਠੀ 6-7 ਸਾਲ ਹੋ ਗਏ ਨੇ। ਠੀਕ ਹੈ। ਇੱਕ ਦੇ 3 ਬੱਚੇ ਨੇ, ਇਹਦਾ ਬੱਚਾ ਕੋਈ ਨਹੀਂ ਸੀ। ਠੀਕ ਹੈ। ਤੇ ਇਹ ਮੁੜ ਕੇ ਕਿੰਨੀ ਦੇਰ ਸਸੁਰਾਲ ਰਹੀ? ਉਹਦਾ ਜੀ ਉੱਥੇ ਹੀ ਸਾਜੀ, ਉੱਥੇ। ਕਿੱਥੇ ਕੀਤੀ ਸੀ ਸ਼ਾਦੀ? ਚੰਨ ਦੇ ਕਿਲੇ। ਅੱਜ ਗੁਜਰਾਂਵਾਲਾ? ਚੰਨ ਦੇ ਕਿਲੇ ਕੀਤੀ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਉੱਥੇ ਰਹਿੰਦੀ ਰਹੀ ਹੈ। ਠੀਕ ਰਹਿ ਰਹੀ ਸੀ? ਠੀਕ ਰਹਿ ਰਹੀ ਹੈ, ਮੁੰਡਾ ਫੌਜੀ ਹੈ, ਠੀਕ ਠਾਕ ਰਹਿ ਰਹੀ ਹੈ। ਜਦੋਂ ਕਿਸੇ ਨੂੰ ਕੋਈ ਪੋਟਾ ਚਾੜ ਦੇਣਾ, ਕਿਸੇ ਦੇ ਚੱਕਰਾਂ ਵਿੱਚ ਲੋਕ ਆ ਜਾਂਦੇ ਨੇ। ਇਹ ਗੱਲ ਬਣੀ ਹੈ। ਹੁਣ ਅਸੀਂ ਨਾ ਇਹਨਾਂ ਨੂੰ ਜਾਣਦੇ, ਨਾ ਵੇਖਿਆ, ਹੁਣ ਇਹਨਾਂ ਦੀਆਂ ਸ਼ਕਲਾਂ ਵੇਖੀਆਂ ਨੇ, ਨਾ ਸਾਨੂੰ ਪਤਾ ਹੈ ਕੌਣ ਨੇ ਤੇ ਕੌਣ ਨੇ। ਸਿੱਖ ਨੇ, ਇਹ ਮਿਊ ਨੇ, ਇਹ ਮਸੀਹ ਨੇ, ਜਾਂ ਕੌਣ, ਸਾਨੂੰ ਕੋਈ ਪਹਿਲੀ ਵਾਰ ਵੇਖੇ, ਸਾਨੂੰ ਇਹਨਾਂ ਦਾ ਕੋਈ ਪਤਾ ਨਹੀਂ। ਸਹੀ। ਕੌਣ ਨੇ ਤੇ ਕੌਣ ਨੇ। ਠੀਕ ਹੈ। ਫਿਰ ਉੱਥੇ ਠੀਕ ਜ਼ਿੰਦਗੀ ਗੁਜ਼ਰ ਰਹੀ ਸੀ ਉਹਦੀ? ਉੱਥੇ ਰਹੀ ਹੈ। ਫਿਰ ਇਹ ਆਈ ਹੈ ਪਿੰਡ ਆਈ ਹੈ ਤੇ ਰਹੀ ਹੈ 3-4 ਦਿਨ। ਤੇ ਇਹ ਆਂਦੀ ਹੈ ਵੀ ਮੈਂ ਚੱਲੀ ਹਾਂ। ਮੈਂ ਸਵਾਨੀਆਂ ਰਹੋ ਨਹੀਂ, ਇਹ ਨਹੀਂ ਮੈਂ ਚੱਲੀ ਹਾਂ। ਅੱਲਾ ਜਾਣੇ ਬਈ ਕੁੜੀ ਦਾ ਰਾਬਤਾ ਸੀ ਕਿਸੇ ਨਾਲ। ਇਹ ਆਂਦੀਆਂ ਨਹੀਂ ਮੈਂ ਚੱਲੀ ਹਾਂ। ਇਹ ਪਾਇਆ ਦੱਸ ਛੱਡਿਆ ਸੀ ਇਹਨੇ ਕਿ ਮੈਂ ਪਹਿਲਾ ਬੰਦਾ ਜਿਹੜਾ ਛੱਡਤਾ? ਨਹੀਂ, ਉਦੋਂ ਕੋਈ ਬੰਦਾ ਉਦੋਂ ਕੀਤਾ, ਉਸ ਦਾ ਪਤਾ ਨਹੀਂ ਸਾਨੂੰ ਕੀਤਾ ਜਾਂ ਨਹੀਂ। ਉਦੋਂ ਇਹ ਰਾਬਤੇ ਵਿੱਚ ਹੋਣੀ ਹੈ। ਠੀਕ ਹੈ। ਸਾਨੂੰ ਦੱਸਿਆ ਨਹੀਂ। ਕਿੰਨੀ ਦੇਰ ਪਹਿਲੇ ਆਈ? ਇਹ 2 ਸਾਲ ਪਹਿਲੇ। ਜਦੋਂ ਇਹਨੇ ਨੱਸੀ ਹੈ ਨਾ, ਉਸ ਤੋਂ ਪਹਿਲਾਂ ਇਹ ਆਈ ਹੈ। ਤੇ ਆਈ ਹੈ ਨਾ, ਤੇ ਬਾਅਦ 'ਚ ਇਹ ਸਿੱਧੀ ਉਹਨਾਂ ਕੋਲ ਗਈ। ਅੱਛਾ, 1.5 ਸਾਲ ਪਹਿਲੇ? ਹਾਂ। ਅੱਛਾ।
ਇਹ ਆਈ ਹੈ ਤੇ ਇਹਨੂੰ ਮੰਨਦੀ ਆ ਰਹੋ ਸਵੇਰੇ ਤੁਰ ਜੇ ਨਹੀਂ ਮੈਂ ਜਾਣਾ ਇਹ ਆ ਗਈ ਹੈ ਬਾਅਦ ਚ ਇਹਨੇ ਨਾ ਫੋਨ ਕੀਤਾ ਕਿ ਮੈਨੂੰ ਆ ਕੇ ਬੰਦੇ ਪੈ ਗਏ ਨੇ ਅਸੀਂ ਉਸੇ ਵੇਲੇ ਹੀ ਨੱਸੇ ਭੱਜੇ ਕਿਸੇ ਦੀ ਮੋਟਰਸਾਈਕਲ ਲਈ ਦੇਖਭਾਲ ਕੀਤੀ ਸਾਨੂੰ ਬਾਅਦ ਚ ਇਹਨੇ ਆਖਿਆ ਕਿ ਮੈਂ ਜਿੱਥੇ ਆਉਣਾ ਸੀ ਆ ਗਈ ਹਾਂ ਅੱਛਾ ਮੇਰੇ ਨਾਲ ਕੋਈ ਰਾਬਤਾ ਨਾ ਕਰਿਓ ਮੈਂ ਜਿੱਥੇ ਆਉਣਾ ਸੀ ਆ ਗਿਆ ਆਹ ਮੁੜ ਕੇ ਰਾਬਤਾ ਛੱਡ ਛੱਡਿਆ ਅੱਛਾ ਹਾਂਜੀ ਆਹ ਰਾਬਤਾ ਆਹ ਨਹੀਂ ਕੀਤਾ ਤਾਂ ਚਲੋ ਨਹੀਂ ਤੇ ਨਾ ਸਹੀ ਬਾਅਦ ਚ ਫਿਰ ਹੁਣ ਜਦੋਂ ਇਹਨੇ ਮਰਨਾ ਨਾ 3 ਮਹੀਨੇ ਹੋ ਗਏ ਨੇ ਇਹਨੂੰ ਮਰੇ ਨੂੰ ਮਰਨ ਤੋਂ ਪਹਿਲਾਂ ਕਿ 3 ਮਹੀਨੇ ਇਹਨੇ ਨਾ ਹਰ ਇਹਦੇ ਕੋਲ ਨੰਬਰ ਸਨ ਨਹੀਂ ਤੁਹਾਨੂੰ ਪਤਾ ਲੱਗ ਗਿਆ ਸੀ ਤੁਹਾਨੂੰ ਉਹ ਘਰ ਵਾਲੇ ਨਹੀਂ ਆਏ ਇਹਦੇ ਸਸੁਰਾਲ ਵਾਲੇ ਤੁਹਾਡੇ ਵੱਲ ਨਹੀਂ ਆਏ ਨਹੀਂ ਉਹਨਾਂ ਆਖਿਆ ਸੀ ਭਈ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਕਿ ਤੁਹਾਡੀ ਧੀ ਨਹੀਂ ਆ ਰਹੀ ਸਾਡੇ ਘਰ ਜਾਂ ਚਲੀ ਗਈ ਹੈ ਉਹਨਾਂ ਕੋਲੋਂ ਆਈ ਸੀ ਤੇ ਹੁਣ ਉਹਨਾਂ ਨੂੰ ਇਹ ਹੀ ਕਿ ਘਰੇ ਸੌਦੇ ਪੇਕੇ ਅੱਛਾ ਹਾਂਜੀ ਉਹਨਾਂ ਨੇ ਇਹ ਘਰੇ ਪੇਕੇ 1.5 ਸਾਲ ਪਹਿਲੇ ਫਿਰ ਉਹਨਾਂ ਨੂੰ ਇਹ ਦੱਸਿਆ ਸੀ ਕਿ ਯਾਸਮੀਨ ਐਸੇ ਤਰ੍ਹਾਂ ਗਵਾਹ ਹੋ ਗਈ ਹੈ ਅੱਛਾ ਉਹਨਾਂ ਨੂੰ ਦੱਸਿਆ ਉਹ ਚੁੱਪ ਕਰ ਰਿਹਾ ਉਹਨਾਂ ਫਿਰ ਕੀ ਆਖਣਾ ਅਸੀਂ ਵੀ ਚੁੱਪ ਕਰ ਰਹੇ ਉਹ ਵੀ ਚੁੱਪ ਕਰ ਰਹੇ ਕੋਈ ਪਰਚਾ ਨਹੀਂ ਕਰਾਇਆ ਉਹਨਾਂ ਨੇ ਗਵਾਹ ਗਬੂ ਦਾ ਅੱਛਾ ਜਦੋਂ ਆਪੇ ਹੀ ਇਹਨੇ ਦੱਸ ਰਿਹਾ ਵੀ ਮੈਨੂੰ ਨਾ ਲੱਭਿਓ ਫਿਰ ਉਹਨੇ ਆਖਿਆ ਕਿ ਮੈਨੂੰ ਨਾ ਲੱਭੇ ਤੁਸੀਂ ਉਹਨਾਂ ਨੂੰ ਇਹੀ ਦੱਸਿਆ ਕਿ ਗਵਾਹ ਹੋ ਗਈ ਆਖਿਆ ਕਿ ਯਾਸਮੀਨ ਇੱਥੇ ਨਹੀਂ ਆਈ ਸਾਨੂੰ ਯਾਸਮੀਨ ਨੇ ਆਪੇ ਦੱਸ ਦੇ ਤੇ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ ਜੇ ਮੈਂ ਜਿੱਥੇ ਆਉਣਾ ਹੈ ਉਹਨੇ ਇਹ ਵੀ ਦੱਸਤਾ ਕਿ ਮੈਂ ਛੱਡਤਾ ਉਹ ਬੰਦਾ ਇਹ ਵੀ ਤੁਹਾਨੂੰ ਦੱਸਦਾ ਸੀ ਅੱਛਾ ਤਲਾਕ ਲਿੱਤੀ ਸੀ ਕਿ ਨਹੀਂ ਨਹੀਂ ਤਲਾਕ ਨਹੀਂ ਨਾ ਲਈ ਹੁਣ ਜੀ ਛੱਡਤਾ ਇਹ ਤੇ ਸਹੁਰੇ ਚੱਲੀ ਹੈ ਸਾਨੂੰ ਤੇ ਇਹ ਕਿ ਸਹੁਰੇ ਚੱਲੀ ਹੈ ਲੇਕਿਨ ਫੋਨ ਤੇ ਉਹਨੇ ਦੱਸਿਆ ਰਾਹ 'ਚ ਇਹਦਾ ਰਾਬਤਾ ਹੋਣਾ ਉਹਨਾਂ ਨਾਲ ਸਾਨੂੰ ਇਹਨੇ ਇਹ ਦੱਸਿਆ ਕਿ ਮੈਂ ਆਪਣੇ ਸਹੁਰੇ ਚੱਲੀ ਹਾਂ ਅੱਛਾ ਮੇਰੇ ਕੋਲ ਸੇਵੀਆਂ ਖੜੀਆਂ ਹੋਇਆ ਮਾਂ ਮੈਨੂੰ ਸੇਵੀਆਂ ਦੇ ਸਮਸੂਨ ਨੂੰ ਬੜੀਆਂ ਪਸੰਦ ਨੇ ਮਾਥਾ ਦੀਆਂ ਸੇਵੀਆਂ ਵੱਟੀਆਂ ਮੈਂ ਸੇਵੀਆਂ ਦਿੱਤੀਆਂ ਸਾਨੂੰ ਨਹੀਂ ਪਤਾ ਇਹਨਾਂ ਲਈ ਉਹਨੇ ਖੜੀਆਂ ਨੇ ਜਾਂ ਕੀ ਚੱਕਰ ਹੈ ਸਾਨੂੰ ਦੱਸਿਆ ਹੀ ਨਹੀਂ ਉਹਨੇ ਸਾਨੂੰ ਕੋਈ ਗੱਲ ਉਹਨੇ ਦੱਸੀ ਨਹੀਂ ਠੀਕ ਹੈ ਬਾਅਦ ਚ ਫੋਨ ਕਰਕੇ ਕਿਹਾ ਕਿ ਮੈਨੂੰ ਨਾ ਲੱਭਿਓ ਬਾਅਦ ਚ ਉਹਨੇ ਆਖਿਆ ਕਿ ਮੈਨੂੰ ਨਾ ਲੱਭਿਓ ਤੁਸੀਂ ਕੋਸ਼ਿਸ਼ ਨਹੀਂ ਕੀਤੀ ਲੱਭਣ ਦੀ ਸਮਝਾਉਣ ਦੀ ਉਹਨੇ ਆਖਿਆ ਲੱਭੋ ਸਾਨੂੰ ਕੀ ਪਤਾ ਹੁਣ ਕਿੱਥੇ ਹੈ ਤੇ ਕਿੱਥੇ ਨਹੀਂ ਸਹੁਰੇ ਹੁੰਦੇ ਤੇ ਅਸੀਂ ਜਾ ਫੜਦੇ ਤੇ ਉਹਨਾਂ ਨੂੰ ਤੇ ਆਪੇ ਦੱਸਿਆ ਫਿਰ ਕਦੀ ਨਹੀਂ ਆਈ ਤੁਹਾਡੇ ਕੋਲ ਨਹੀਂ ਸਾਡੇ ਕੋਲ ਨਹੀਂ ਆਈ ਫਿਰ ਆ ਨਾ 2-3 ਮਹੀਨੇ ਮਰਨ ਤੋਂ ਪਹਿਲਾਂ ਕਿ 3 ਮਹੀਨੇ ਇਹਦੇ ਕੋਲ ਨੰਬਰ ਹੈ ਫੋਨ ਚੋਂ ਅੰਮਾ ਮੈਨੂੰ ਮਾਫੀ ਦੇ ਛੱਡ ਤੁਹਾਨੂੰ ਫੋਨ ਕੀਤਾ ਨੇ ਅੰਮਾ ਮੈਨੂੰ ਮਾਫੀ ਦੇ ਛੱਡ ਅੱਛਾ ਮੈਂ ਆਖਿਆ ਮੈਂ ਗੱਲਾਂ ਗੁੱਲਾਂ ਕੀਤੀਆਂ ਨੇ ਚਲੋ ਸਾਡੇ ਨਾਲ ਘਰ ਲੈਂਦੀ ਮੇਰੇ ਨਾਲ ਰਾਬਤਾ ਘਰ ਲੈਂਦੀ ਕਦੇ ਕਿਤੇ ਜਦੋਂ ਅੱਛਾ ਠੀਕ ਹੈ ਕੀ ਕਹਿੰਦੇ ਤੁਹਾਨੂੰ ਕੀ ਦੱਸਦੀ ਸੀ ਕਿੱਥੇ ਰਹਿ ਰਹੀ ਹੈ ਮੈਂ ਕਿਹਦੇ ਕੋਲ ਉਹ ਆਂਦੀ ਸੀ ਮੈਂ ਬਸ ਇੱਥੇ ਫੈਕਟਰੀ 'ਚ ਹੁੰਦੀ ਹਾਂ ਅੱਛਾ ਨਾ ਆਹ ਫੈਕਟਰੀ ਪੁੱਤਰ ਵੇਖੀ ਜਾ ਕੇ ਨਾ ਸਨ ਫੈਕਟਰੀ ਸ਼ਾਦੀ ਸ਼ੁੱਦੀ ਦਾ ਨਹੀਂ ਦੱਸਿਆ ਸੀ ਕਿ ਮੈਨੂੰ ਵੀ ਸ਼ਾਦੀ ਕਰ ਲਈ ਉਹਨੇ ਆਖਿਆ ਮੈਂ ਫੈਕਟਰੀ 'ਚ ਹੁੰਦੀ ਹਾਂ ਮੈਂ ਨਹੀਂ ਤੇ ਜਵਾਨ ਚੱਕੀ ਕੀ ਕਰਨੀ ਹੈ ਉੱਥੇ ਵੀ ਨਹੀਂ ਤੇ ਇੱਥੇ ਵੀ ਨਹੀਂ ਤੇ ਕੀ ਕਰਨੀ ਮੈਂ ਫੈਕਟਰੀ 'ਚ ਇੰਨੀ ਸਾਨੂੰ ਉਹਨੇ ਗੱਲ ਸਿੱਧੀ ਦੱਸੀ ਅੱਜ ਸਾਨੂੰ ਗੱਲ ਸਿੱਧੀ ਦੱਸਦੀ ਜਾ ਅੱਛਾ ਤੇ ਉਹਦੇ ਤੋਂ ਬਾਅਦ ਕੋਈ ਰਾਬਤਾ ਨਹੀਂ ਹੋਇਆ ਤੁਹਾਡੇ ਨਾਲ ਮਰਨ ਤੋਂ ਪਹਿਲਾਂ ਹੀ ਕਿੰਨੇ ਦਿਨ ਨਹੀਂ ਰਾਬਤਾ ਹੋਇਆ ਤੁਹਾਨੂੰ ਇਹੀ ਦੱਸਦੀ ਸੀ ਮੈਂ ਫੈਕਟਰੀ 'ਚ ਮੈਨੂੰ ਇਹ ਜਾਂਦੀ ਕਿ ਅੰਮਾ ਮੈਂ ਫੈਕਟਰੀ 'ਚ ਅੰਮਾ ਆਪਣਾ ਖਿਆਲ ਰੱਖੀ ਆਪਣਾ ਪਹਿਲਾਂ ਤਾਂ ਮੈਂ ਨਹੀਂ ਸੁਣਦੀ ਹੁੰਦੀ ਬੇਇੱਜ਼ਤੀ ਕਰਦੀ ਹੁੰਦੀ ਆ ਆਖਰ ਨੰਬਰ ਤੇ ਭਾਈ ਉਹਦੇ ਕੋਲ ਹੈ ਤੇ ਨਹੀਂ ਨਾ ਕੋਈ ਆਖੀ ਉਹਦੇ ਕੋਲ ਨੰਬਰ ਹੈ ਨਹੀਂ ਤੇ ਉਹਨੇ ਕਿਸੇ ਨੂੰ ਕੀਤਾ ਪਹਿਲੇ ਤੇ ਮਾਜੀ ਤੁਹਾਨੂੰ ਨਹੀਂ ਪਤਾ ਸੀ ਕਿ ਇਹਦੇ ਪਿੱਛੇ ਕੌਣ ਹੈ ਲੇਕਿਨ ਹੁਣ ਤੇ ਪਤਾ ਲੱਗ ਗਿਆ ਕੀ ਪਤਾ ਲੱਗਿਆ ਪੁਲਿਸ ਨੇ ਕੀ ਦੱਸਿਆ ਤੁਹਾਨੂੰ ਕਿੰਨੇ ਮਾਰਤਾ ਕਿਉਂ ਮਾਰਤਾ ਅੱਲਾ ਜਾਣੇ ਭਾਈ ਸਾਨੂੰ ਪੁਲਿਸ ਨੇ ਇਹ ਕਿ ਆਪਣੇ ਖੜ ਕੇ ਤੇ ਦਫਨਾ ਛੜੋ ਨਹੀਂ ਇਹ ਜਦੋਂ ਮੁਲਜ਼ਮ ਫੜੇ ਗਏ ਨੇ ਇਹ ਕੌਣ ਹੈਗੇ ਹੈ ਕੀ ਮਾਮਲਾ ਸੀ ਕਿਉਂ ਮਾਰਤਾ ਉਹਨਾਂ ਨੇ ਪਤਾ ਨਹੀਂ ਪੁੱਤਰ ਕੀ ਮੁਤਾਲਬਾ ਕੀ ਕਰੋਗੇ ਇਹ ਮੁਲਜ਼ਮਾਂ ਕੋਈ ਇਨਸਾਫ ਦਾ ਮੁਤਾਲਬਾ ਕਿ ਗਲਤ ਜ਼ਿਆਦਤੀ ਹੋਈ ਹੈ ਨਹੀਂ ਹੋਈ ਤੇ ਪੁੱਤਰ ਜਾਸਤੀ ਹੈ ਪਰ ਹੁਣ ਅਸੀਂ ਨਾ ਤਰੀਕਾ ਭੁਗਤਣ ਜੋਗੇ ਨਾ ਇਹ ਮੁਕੱਦਮੇ ਲੜਨ ਜੋਗੇ ਨਾ ਹੈ ਨਿੱਕੇ ਬੱਚੇ ਨੇ ਮਜ਼ਦੂਰ ਬੰਦੇ ਅਸੀਂ ਹੁਣ ਮਾਂ ਜੀ ਤੁਹਾਡੀ ਤੇ ਕੁੜੀ ਚਲੀ ਗਈ ਲੋਕਾਂ ਦੀਆਂ ਵੀ ਬੱਚੀਆਂ ਹੈਗੀਆਂ ਕੋਈ ਅਗਰ ਇਹੋ ਜਿਹੀ ਹੋਵੇ ਕਿਸੇ ਵਾਸਤੇ ਕੋਈ ਪੈਗਾਮ ਦੇਣਾ ਚਾਹੁੰਦੇ ਹੋਗੇ ਉਹਨੂੰ ਕੀ ਕਰਨਾ ਚਾਹੀਦਾ ਕਿਸੇ ਬੱਚੀਆਂ ਨੂੰ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਚਾਹੀਦੀ ਹੈ ਹੋ ਸਕਦਾ ਕਈ ਕੁੜੀਆਂ ਦਾ ਫਾਇਦਾ ਭਲਾ ਹੋ ਜਾਵੇ ਤੁਹਾਡੀ ਇਹ ਬਾਤ ਸੁਣ ਕੇ ਬਸ ਮਾਂ ਪਿਓ ਦੀ ਘਰ ਦੀ ਮੰਨਣੀ ਸੁਣਨੀ ਚਾਹੀਦੀ ਹਾਂ ਇਹਨਾਂ ਦੇ ਮੰਨਣੀ ਸੁਣਨੀ ਚਾਹੀਦੀ ਆਪਣੇ ਮਾਂ ਪਿਓ ਦੀ ਮਾਂ ਪਿਓ ਹਰ ਦੁਹੀ ਹੁੰਦਾ ਜਾਂ ਸੁਹੀ ਹੁੰਦਾ ਜਾਂ ਕਿੰਜ ਹੁੰਦਾ ਤੇ ਧੀਆਂ ਨੂੰ ਵੀ ਚਾਹੀਦਾ ਅਕਲ ਹਿਆ ਦੇ ਨਾਲ ਰਹਿਣਾ ਧੀਆਂ ਨੂੰ ਵੀ ਚਾਹੀਦਾ ਮਰ ਕੇ ਬੰਦਾ ਜੰਮਦਾ ਪਾਲਦਾ ਹੈ ਤੇ ਹੁਣ ਵੀ ਇਹ ਕੁੜੀ ਨੇ ਮਾਂ ਪਿਓ ਵੀ ਛੱਡਿਆ ਸਹੁਰੇ ਵੀ ਛੱਡੇ ਤੇ ਜਿਨ੍ਹਾਂ ਨਾਲ ਨੱਸੀ ਹੈ ਉਹਨਾਂ ਨੇ ਮਾਰਤਾ ਉਹਨਾਂ ਹੀ ਮਾਰ ਛੜੀਏ ਉਹਨਾਂ ਨੂੰ ਇਹ ਹੋਣਾ ਚਾਹੀਦਾ ਸੀ
ਭਈ ਉਹਨੇ ਸਹੁਰੇ ਵੀ ਛੱਡੇ, ਬੰਦਾ ਚੰਗਾ ਭਲਾ ਫੌਜੀ ਛੱਡਿਆ, ਚੰਗਾ ਭਲਾ ਖਾਂਦੇ ਪੀਂਦੇ ਉਹ ਛੱਡੇ, ਮਾਂ ਪਿਓ ਛੱਡਿਆ, ਤੇ ਉਹਨਾਂ ਸਾਲ ਡੇਢ ਦੇ ਵਿੱਚ ਠਾ ਕਰਕੇ ਮਾਰ ਕੇ ਤੇ ਉਹ ਲਾਂਬੇ ਕੀਤੀਆਂ। ਇੰਜ ਹੋਣਾ ਨਹੀਂ ਚਾਹੀਦਾ ਹੁੰਦਾ। ਹਾਂ, ਉਹ ਮੇਰੀ ਜਾਨ ਨੂੰ ਪਤਾ, ਸਾਡੇ ਘਰ 1 ਰੁਪਈਆ ਨਹੀਂ ਜਿੱਦਣ ਆਹ ਲਾਸ਼ ਆਉਂਦੀ ਹੈ। ਸਾਨੂੰ ਗੁਆਂਢੀਆਂ ਨੇ ਆਪਣੀ ਗੱਡੀ 'ਚ ਲਾਸ਼ ਲਿਆ ਕੇ ਦਿੱਤੀ ਹੈ। ਓਏ ਹੋਏ, ਅੱਲਾਹ ਪਾਕ ਤੁਹਾਨੂੰ ਸਬਰ ਦੇਵੇ ਮਾਂ ਜੀ, ਅੱਲਾਹ ਤੁਹਾਡੇ ਲਈ ਆਸਾਨੀ। ਚੁੱਕ ਗਏ ਤੇ ਉਹਦਾ ਖਫਨ ਦਫਨ ਕੀਤਾ। ਸਾਨੂੰ ਤੇ ਨਹੀਂ ਪਤਾ, ਇਹਨਾਂ ਨੂੰ ਤਾਂ ਦੱਸਦੀ ਹੋਏਗੀ ਵੀ ਮੇਰੇ ਪਿਛਲੇ ਮਾੜੇ ਨੇ ਜਾਂ ਇੰਜ ਨੇ ਜਾਂ ਉਹਨੇ। ਅਸੀਂ ਕਿੱਥੋਂ ਨਹੀਂ ਪੈਰ ਪੁੱਤਰ ਲਾਉਂਦੇ। ਸਾਨੂੰ ਦੁੱਖ ਨਹੀਂ, ਸਾਨੂੰ ਦੁੱਖ ਹੈ। ਮੈਂ ਇੰਨਾ ਕੁ ਰੋਨੀ ਹਾਂ, ਮੈਂ ਕਬਰ ਤੇ ਜਾ ਰੋਨੀ ਹਾਂ, ਕਬਰ ਤੇ ਜਾ ਇੱਥੋਂ ਮਾਰਿਆ ਫੇਰ ਤੇ ਇੱਧਰ ਕੱਢਿਆ, ਐਡੀ ਬੇਦਰਦੀ ਨਾ। ਉਹ ਮੇਰਾ ਕਲੇਜਾ ਤੇ ਪਾੜਦਾ। ਮੈਂ ਕਦੇ ਹੁਣ ਕੋਲ ਤੇ ਮੈਂ ਵੀ ਉਂਝੀ ਮਾਰਾਂ, ਮੈਂ ਆਪਣੀ ਯਾਸਮੀਨ ਦੇ ਹੱਥ ਵੇਖ ਰੋਵਾਂ। ਐਡੇ ਸੋਹਣੇ ਗੋਗਲੇ ਹੱਥ ਮੇਰੀ ਯਾਸਮੀਨ ਨੇ, ਮੈਂ ਐਡਾ ਸੋਹਣਾ ਨਾਂ ਰੱਖਿਆ ਯਾਸਮੀਨ। ਇਹਨਾਂ ਮਾਰਨ ਲੱਗਿਆ ਨੂੰ ਜਰਾ ਤਰਸਣਾ ਆਇਆ, ਜਰਾ ਤਰਸਣਾ ਆਇਆ। ਨਹੀਂ ਤੁਹਾਡੇ ਮਗਰ ਨੂੰ ਹੁਣ ਮੈਂ ਜੋ ਤੇਰੇ ਤੇ ਤੈਨੂੰ ਐ ਨਹੀਂ ਚਾਹੀਦਾ ਵੀ ਤੂੰ ਸਭੋ ਕੁਝ ਮੈਂ ਤੇਰੇ ਬਦਲੇ ਛੱਡਿਆ ਤੇ ਤੂੰ ਉੱਠ ਕੇ ਤੇ ਮੈਨੂੰ ਹੈ ਸਾਲ 6 ਮਹੀਨਾ ਗੱਟ ਤੇ ਠਾ ਕਰ ਛੜੇ। ਕੋਈ ਗਾਜਰ ਮੂਲੀ ਸੀ ਤੂੰ ਚੰਗੀ ਹੀ ਮੰਦੀ, ਤੂੰ ਤੇ ਛੜ ਜਾ ਮੌਜ ਕਰ ਜਿੱਦਾਂ ਨੂੰ ਤੇਰਾ ਦਿਲ ਕਰਦਾ ਹੀ ਤੂੰ ਜਾ। ਜਦੋਂ ਜਿਹਨੂੰ ਕੀਤਾ ਸੋ ਇਹੋ ਹੀ ਆਂਦੇ ਨੇ ਕਿ ਮਰ ਗਿਆ, ਸਾਨੂੰ ਤਾਂ ਵੀ ਨਹੀਂ ਪਤਾ। ਜਿਹਨੂੰ ਕੀਤਾ ਉਹ ਮਰ ਗਿਆ ਤੇ ਇਹਨਾਂ ਵੱਲੋਂ ਯਾਦ ਸੀ ਜਿੱਦਾਂ ਮਰਜੀ ਜਾਂਦੀ ਹੈ। ਇਹਨਾਂ ਦਾ ਤੁੱਕ ਕੀ ਬਣਦਾ ਸੀ ਮਾਰਨ ਦਾ। जुल्म में ज्यादती है नाजरीन, ये एक माँ की फरियाद है और माँ ने तमाम बेटियों को भी ये कहा है कि वो अपने वालिदैन की माने, अपने घर वालों की माने। वो अपने वालिदैन को भी छोड़ा, अपने शौहर को भी छोड़ा, सारे 2 ख़ानदानों को छोड़ के जिसके पास गई और उन्हीं ने बेदर्दी के साथ उसे मौत के घाट उतार दिया। ਜਾਨ ਸਿਆਣ ਸੀ ਉਹ, ਇਹਨਾਂ ਨੂੰ ਨਹੀਂ ਇੰਜ ਚਾਹੀਦਾ। ਜੇ ਕਰਦੇ ਸਾਡੇ ਘਰ ਵਾੜ ਕੇ ਆਉਂਦੇ, ਤੁਹਾਡੇ ਹਲ ਛੱਡ ਦਿੰਦੇ। ਬਿਲਕੁਲ ਦਰੁਸਤ ਗੱਲ ਹੈ। ਇਹ ਭਾਈ ਨਾਲ ਕਰਾਣਾ ਗੱਲ। ਭਾਈ ਤੁਸੀਂ ਕੀ ਲੱਗਦੇ ਹੋ ਯਾਸਮੀਨ? ਮੈਂ ਬਨੋਈ ਲੱਗ ਬਨੋਈ, ਸਹੀ ਹੈ। ਕਿਵੇਂ ਪਤਾ ਲੱਗਾ ਤੁਹਾਨੂੰ ਇਹ ਕਤਲ ਹੋ ਗਿਆ? ਸਾਨੂੰ ਬਾਈ ਹੋਰਾਂ ਫੋਨ ਕੀਤਾ ਸੀ ਤਕਰੀਬਨ ਕੋਈ 9-10 ਵਜੇ ਰਾਤੀ। ਸਹੀ ਹੈ। ਇਹਨਾਂ ਨੂੰ ਪਤਾ ਲੱਗਾ ਸੀ ਤੇ ਸਾਨੂੰ ਇਹਨਾਂ ਫੋਨ ਕੀਤਾ ਸੀ ਵੀ ਇਹ ਗੱਲ ਹੋਈ ਹੈ। ਠੀਕ ਹੈ। ਇਹਨਾਂ ਦੱਸਿਆ ਸੀ ਵੀ ਲਾਸ਼ ਇੱਥੇ ਥਾਣੇ ਆ ਗਈ ਹੈ ਤੇ ਮੈਂ ਹੁਣ ਇਸ ਵੇਲੇ ਅਸੀਂ ਮੈਂ ਹਨੇਰਾ ਤੇ ਇਸ ਵੇਲੇ ਤੇ ਨਹੀਂ ਅਸੀਂ ਪਹੁੰਚ ਸਕਦੇ ਤੇ ਹੁਣ ਸਵੇਰੇ ਅਸੀਂ ਪਹੁੰਚਾਂਗੇ। ਠੀਕ ਹੈ। ਅਸੀਂ ਜਨਾਬ ਸਵੇਰੇ 7 ਵਜੇ ਅਸੀਂ ਪਹੁੰਚ ਗਏ ਹਾਂ ਇਹਨਾਂ ਦੇ ਪਿੰਡ। ਸਾਡੇ ਆਉਂਦਿਆਂ ਨੂੰ ਇਹ ਲਾਸ਼ ਲੈ ਕੇ ਰਾਤੀ 11-12 ਵਜੇ ਲੈ ਕੇ ਆ ਗਏ ਤੇ। ਸਹੀ। ਹਾਂਜੀ। ਤੇ ਕੀ ਫਿਰ ਪੁਲਿਸ ਨੇ ਕੰਮ ਕੀਤਾ, ਕੀ ਦੱਸਿਆ, ਕਿਵੇਂ ਪਤਾ ਲੱਗਾ? ਸਭ ਕੁਝ ਕਿਹਨੇ ਕਰਤਾ? ਪੁੱਛਿਆ ਨਾ ਤੇ ਪੁਲਿਸ ਨੇ ਇਹਨਾਂ ਦੱਸਿਆ ਵੀ ਨਹਿਰ ਦੇ ਉੱਤੋਂ ਲਾਸ਼ ਫੜੀ ਗਈ ਹੈ। ਪੁਲਿਸ ਨੇ ਆਂਦੀ ਇੱਥੇ ਪਸਰੂਰ ਥਾਣੇ 'ਚ। ਠੀਕ ਹੈ। ਹਾਂਜੀ। ਉਹਨਾਂ ਫਿਰ ਆਪਣਾ ਫੇਸਬੁੱਕ ਤੇ ਤਸਵੀਰ ਚਾੜੀ ਹੈ, ਨੰਬਰ ਆਪਣਾ ਦਿੱਤਾ। ਉਹਨਾਂ ਕਿਹਾ ਸਾਡੇ ਜਿਹਦੀ ਵੀ ਲਾਸ਼ ਹੈ ਨਾ ਬੇਟੀ ਕਿਸੇ ਦੀ ਤੇ ਸਾਡੇ ਨਾਲ ਰਾਬਤਾ ਕਰਨ ਤੇ ਇਹ ਲਾਸ਼ ਆਪਣੀ ਲੈ ਜਾਣਾ ਆ ਕੇ। ਸਹੀ। ਨਹੀਂ ਤੇ ਜਾਂ ਨਾ ਕੋਈ ਕਰੇ ਰਾਬਤਾ ਤੇ ਅਸੀਂ ਲਾਪਤਾ ਕਰਕੇ ਦਫਨਾ ਦਿੰਦੇ। ਸਹੀ ਹੈ। ਹਾਂਜੀ। ਉਹ ਤੇ ਤੁਹਾਨੂੰ ਪਛਾਣ ਹੋ ਗਈ ਨਾ ਉਹਦੀ। ਤੇ ਉਹ ਫਿਰ ਇਹਨਾਂ ਵੇਖੀਏ, ਇਹਨਾਂ ਫਿਰ ਵੇਖੀਏ ਨਾ ਆਖਿਆ ਬੇਟੀ ਸਾਡੀ ਹੈ, ਇਹਨਾਂ ਰਾਬਤਾ ਕੀਤਾ, ਇਹ ਗਏ ਨੇ, ਇਹ ਲੈ ਕੇ ਆਏ ਨੇ ਤੇ ਇਹਨਾਂ ਫਿਰ ਸਾਨੂੰ ਦੱਸਿਆ ਤੇ ਅਸੀਂ ਫਿਰ ਇਹਨਾਂ ਨੂੰ ਪੁੱਛਿਆ ਵੀ ਕਿੱਥੋਂ ਆ? ਇਹਨਾਂ ਕਿਹਾ ਵੀ ਨਹਿਰ ਤੋਂ ਪਈ। ਪੁਲਿਸ ਵਾਲਿਆਂ ਨਹਿਰ ਤੋਂ ਆਂਦੀ ਜਾ ਕੇ। ਠੀਕ ਹੈ। ਉਹ ਤੇ ਹੋ ਗਿਆ। ਹਾਂਜੀ। ਕਤਲ ਦੇ ਟ੍ਰੇਸ ਕਿਵੇਂ ਕੀਤੇ ਮੁਲਜ਼ਮ ਇਹ ਉਹ ਸਾਰਾ ਕੀ ਦੱਸਿਆ ਪੁਲਿਸ ਨੇ ਤੁਹਾਨੂੰ? ਪੁਲਿਸ ਨੇ ਸਰ ਸਾਨੂੰ ਇਹ ਦੱਸਿਆ ਵੀ ਹਾਂਜੀ ਨੰਬਰ ਯਾਸਮੀਨ ਦਾ ਫਿਰ ਇਹਨਾਂ ਲਿਆ ਨਾ ਇਹਦੇ ਕੋਲ ਭਾਈ ਕੋਲੋਂ। ਹਾਂ। ਤੇ ਇਸੇ ਨੰਬਰ ਤੋਂ ਫਿਰ ਸਭ ਕੁਝ ਉਹਨਾਂ ਸਟੇਟ ਕੀਤਾ ਨੰਬਰ ਜਿੰਨੇ। ਤੁਹਾਨੂੰ ਨਹੀਂ ਪਤਾ ਹੈਗਾ ਸੀ ਕਿ ਕੌਣ ਹੈ ਕਾਤਲ, ਕਿੰਨੇ ਮਾਰਿਆ? ਸਾਨੂੰ ਨਹੀਂ ਪਤਾ। ਸਹੀ ਸਹੀ। ਸਾਨੂੰ ਨਹੀਂ ਪਤਾ ਜੀ ਕਾਤਲ ਕੌਣ। ਫਿਰ ਇਹਨਾਂ ਨੇ ਦੱਸਿਆ ਤੁਹਾਨੂੰ ਮੁਲਜ਼ਮ ਫੜ ਕੇ ਕੀ ਦੱਸਿਆ? ਫਿਰ ਇਹਨਾਂ ਦੱਸਿਆ ਵੀ ਮੁਸਲਮ ਇਹ ਨਹੀਂ, ਯਾਸਮੀਨ ਦੇ ਮੁਸਲਮ ਇਹ ਨਹੀਂ, ਫੜੇ ਗਏ ਨੇ। ਠੀਕ ਹੈ। ਸਾਨੂੰ ਕੱਲ ਪਤਾ ਲੱਗਾ ਸੀ। ਕੱਲ ਪਤਾ ਲੱਗਾ ਤੁਹਾਨੂੰ? ਸਹੀ। ਬਾਈ ਹੋਰਾਂ 2-4 ਦਿਨ ਗੇਤਰੇ ਪਤਾ ਲੱਗ ਗਿਆ ਸੀ ਤੇ ਸਾਨੂੰ ਕੱਲ ਪਤਾ ਲੱਗਾ ਸੀ। ਠੀਕ ਹੈ। ਕੀ ਮੁਤਾਲਬਾ ਕਰੋਗੇ, ਕੀ ਕਹਿਣਾ ਚਾਹੋਗੇ? ਮੁਤਾਲਬਾ ਤੇ ਇਹ ਆ ਜੀ ਹੁਣ ਜਿਵੇਂ ਸਜ਼ਾ ਮਸਲ ਇਹਨਾਂ ਨੂੰ ਉਹਨੂੰ ਦਿੱਤੀ ਗਈ ਹੈ ਐਵੇਂ ਹੀ ਇਹਨਾਂ ਨੂੰ ਦਿੱਤੀ ਜਾਏ ਤੇ ਹੱਕ ਸੱਚ ਦੀ ਤੇ ਗੱਲ ਇਹ ਹੈ। ਬਿਲਕੁਲ ਦਰੁਸਤ ਗੱਲ। ਹਾਂਜੀ। ਸਹੀ। ਤੇ ਕੋਸ਼ਿਸ਼ ਨਹੀਂ ਕੀਤੀ? ਮਤਲਬ ਤੁਸੀਂ ਪੁੱਛਦੇ ਸੀ ਘਰ ਵਾਲਿਆਂ ਨੂੰ, ਕੀ ਕਹਿੰਦੇ ਸੀ ਤੁਹਾਨੂੰ ਕਿ ਕਿੱਥੇ ਚਲੀ ਗਈ ਯਾਸਮੀਨ? ਯਾਸਮੀਨ ਸਾਨੂੰ ਜਨਾਬ ਜਿਵੇਂ ਦੱਸਿਆ ਨਾ ਸਾਡੇ ਨਾਲ ਕੋਈ ਰਾਬਤਾ ਨਹੀਂ ਕਿਸੇ ਨਾਲ ਵੀ। ਹਜੇ ਵੱਡੀ ਭੈਣ ਸੀ ਉਹਦੇ ਨਾਲ ਵੀ ਕੋਈ ਰਾਬਤਾ ਨਹੀਂ।
ਜਦੋਂ ਇਹ ਵਾਕਿਆ ਇਹਦੇ ਨਾਲ ਹੋਇਆ ਨਾ, ਜਦੋਂ ਇੱਥੋਂ ਗਈ ਹੈ ਤੇ ਅਸੀਂ ਇੱਥੇ ਆਏ ਦੇ ਹਾਂ ਤੇ ਸਾਨੂੰ ਜਦੋਂ ਇਹਨੇ ਦੱਸਿਆ ਵੀ ਮੇਰੇ ਨਾਲ ਇਹ ਵਾਰਦਾਤ ਹੋ ਗਈ ਹੈ ਢਿੱਲੀ ਨਹਿਰ ਤੇ, ਉੱਥੇ ਛਿਛਰ ਵਾਲੀ ਨਹਿਰ ਤੇ। ਅੱਛਾ। ਛਿਛਰ ਵਾਲੀ ਨਹਿਰ ਤੇ ਉੱਥੇ ਬੰਦੇ ਪੈ ਗਏ ਨੇ ਤੇ ਵਾਰਦਾਤ ਇਹ ਇਸ ਤਰ੍ਹਾਂ ਹੋਈ ਹੈ। ਤੇ ਅਸੀਂ ਮੋਟਰਸਾਈਕਲਾਂ ਲਈਆਂ ਨੇ, ਭਾਈ ਹੋਰਾਂ ਨੂੰ ਕੰਮ ਤੇ ਹੀ ਉੱਥੋਂ ਮੰਡੀੋਂ ਜਾ ਕੇ ਆਉਂਦਾ ਤਾ, ਮੈਂ ਤੇ ਛੋਟੇ ਭਾਈ ਨੇ। ਤੇ ਅਸੀਂ ਆਏ ਹਾਂ ਫਿਰ ਉੱਥੇ ਹਾਂ ਪਤਾ ਕੀਤਾ, ਉੱਥੇ ਕੋਈ ਸਿਲਸਿਲਾ ਕੋਈ ਗੱਲਬਾਤ ਨਹੀਂ, ਦੂਰ ਨੇੜੇ ਹਾਂ ਵੇਖਿਆ ਕੁਛ ਵੀ ਨਹੀਂ ਉੱਥੇ ਵਾਰਦਾਤ ਵਾਲਾ। ਇਹਨਾਂ ਦੇ ਨਾਲ ਹੀ ਗਏ ਹਾਂਜੀ। ਕੋਈ FIR ਵੀ ਨਹੀਂ ਕਰਾਈ ਤੁਸੀਂ ਉਹਦੀ? FIR ਉੱਥੇ ਕਰਾਈ ਆ। ਹਾਂ ਹਾਂਜੀ, FIR ਉੱਥੇ ਕਰਾਈ ਹੈ ਸਦਰ ਥਾਣੇ 'ਚ। ਨਾਲ ਉਹਦਾ ਘਰ ਵਾਲਾ ਸੀ, ਨਾਲ ਅਸੀਂ ਹਾਂ ਸਦਰ ਥਾਣੇ 'ਚ FIR ਕਰਾ ਕੇ ਆਏ ਹਾਂ। ਅਗਵਾ ਦੀ? ਹਾਂਜੀ ਹੋ ਗਈ ਸੀ ਦਰਜ? ਹਾਂਜੀ, ਗਵਾਹ ਦੀ ਅਸੀਂ ਕਰਾ ਕੇ ਆਏ ਹਾਂ। ਪਹਿਲੋਂ SHO ਕੋ ਗਏ ਆ, SHO ਨੇ ਸਾਡੀ ਗੱਲ ਨਹੀਂ ਸੁਣੀ। ਅੱਛਾ, ਅਗਵਾ ਦੀ FIR? ਹਾਂਜੀ, ਉਹਨੇ ਆਖਿਆ ਜੀ ਨਹੀਂ ਤੁਸੀਂ ਇੰਜ ਕਰੋ, ਤੁਸੀਂ ਜਾ ਕੇ ਜਿੱਥੇ ਬੇਟੀ ਰਹਿੰਦੀ ਹੈ ਨਾ, ਜਿੱਥੇ ਪਿੰਡ ਹੈ ਉਹਦਾ, ਉੱਥੇ ਜਾ ਕੇ ਕਰਾਓ। ਮੈਂ ਕਿਹਾ ਵਾਰਦਾਤ ਇੱਥੇ ਹੋਣ ਡਈ ਛਿਛਰ ਵਾਲੀ ਨਹਿਰ ਤੇ, ਇਹ ਤੇਰਾ ਇਲਾਕਾ ਹੈ। ਹਾਂ। ਉਹਨੇ ਨਹੀਂ ਸੁਣੀ, ਉਹਨੇ ਆਖਿਆ ਜੀ ਨਹੀਂ ਇੱਥੇ ਨਹੀਂ ਮੈਂ ਕਰਨੀ। ਅਸੀਂ ਚੌਧਰੀ ਫਿਆਜ਼ ਸਾਡਾ ਭੱਠੇ ਵਾਲਾ ਖਲੋਇਆ, ਅਸੀਂ ਉਹਨੂੰ ਫੋਨ ਕੀਤਾ ਸੀ। ਮੈਂ ਕਿਹਾ ਚੌਧਰੀ ਸਾਹਿਬ ਇਸ ਤਰ੍ਹਾਂ ਵਾਰਦਾਤ ਹੋਈ ਹੈ, ਉਹਨੂੰ ਦੱਸਿਆ ਵਾ। ਉਹਨੇ ਆਖਿਆ ਕਿਉਂ ਨਹੀਂ SIR ਘਟਦਾ ਏ, ਵਾਰਦਾਤ ਇਹਦੇ ਇੱਥੇ ਇਲਾਕੇ 'ਚ ਹੋਣ ਡਈ, ਇਹਦਾ ਇਲਾਕਾ ਨਹੀਂ। ਉਹਨੇ ਫਿਰ ਉਹਨੂੰ ਫੋਨ ਕੀਤਾ, ਆਹ ਨੰਬਰ ਉਹਦਾ ਮੁਨਸ਼ੀ ਦਾ ਆਉਂਦਾ, ਉਹਨੇ ਫੋਨ ਕੀਤਾ, ਉਹਨੇ ਆਖਿਆ ਕਿਉਂ ਨਹੀਂ ਕੱਟੀ ਦੀ FIR। ਉਹ ਫਿਰ ਉਹਨੇ ਆਖਿਆ ਜੀ ਉਹਦੇ ਆਦਮੀ ਨੂੰ ਘੱਲੋ, ਮੈਂ FIR ਕਰਨਾ। ਉਹ ਫਿਰ FIR ਅਸੀਂ ਉੱਥੇ ਕਟਾ ਕੇ ਆਏ ਹਾਂ ਸਦਰ ਥਾਣੇ 'ਚ। ਕਟਾਈ ਸੀ? ਹਾਂਜੀ। ਲੇਕਿਨ ਕੁਝ ਨਹੀਂ ਬਣਿਆ ਉਹਦਾ FIR ਦਾ? ਉਹਨੇ ਆਪੇ ਘਰ ਛੜੇ ਵੀ ਮੇਰਾ ਪਿਤਾ ਨਾਲ ਉਹ FIR ਉੱਥੇ ਕੀ ਕਰਨੀ? ਉਹੀ ਦੱਸਿਆ ਨਾ, ਉਹ ਹਾਂ ਕਰਾ ਹੱਡੀ ਸੀ ਉੱਥੇ। ਲੇਕਿਨ ਬਾਅਦ ਚੋਂ ਕੁੜੀ ਦਾ ਵੀ ਫੋਨ ਆ ਗਿਆ ਕਿ ਮੈਨੂੰ ਨਾ ਲੱਭਿਓ। ਬਿਲਕੁਲ, ਹਾਂਜੀ, ਰਾਬਤਾ ਉਹਦੇ ਨਾਲ ਪਤਾ ਲੱਗ ਗਿਆ ਨਾ ਉਹਦਾ। ਸਹੀ ਹੈ। ਤੁਸੀਂ ਕੀ ਕਹੋਗੇ, ਐਡਾ ਵੱਡਾ ਨੁਕਸਾਨ ਹੋ ਗਿਆ, ਕੀ ਵੇਖਣ ਵਾਲਿਆਂ ਨੂੰ ਕੋਈ ਪੈਗਾਮ, ਮੈਸੇਜ, ਔਰਤਾਂ ਨੂੰ ਕਿਵੇਂ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ? ਪੈਗਾਮ ਅਸੀਂ ਕਹਿੰਦੇ ਹਾਂ ਵੀ ਜ਼ਿੰਦਗੀ ਅੱਛੀ ਗੁਜ਼ਾਰਨੀ ਚਾਹੀਦੀ ਹੈ ਹਰ ਧੀ ਭੈਣ ਨੂੰ, ਭਾਵੇਂ ਬੇਟੀ ਹੈ, ਭਾਵੇਂ ਬੇਟਾ ਹੈ, ਭਾਵੇਂ ਮਾਂ ਹੈ, ਭਾਵੇਂ ਧੀ ਹੈ, ਭਾਵੇਂ ਭਾਈ ਹੈ। ਅੱਛਾ ਕੰਮ ਕਰੋਗੇ ਤੇ ਅੱਛਾ ਨਤੀਜਾ ਹੋਏਗਾ, ਬੁਰਾ ਕੰਮ ਕਰੋਗੇ ਤੇ ਬੁਰਾ ਨਤੀਜਾ ਹੋ ਜਾਏਗਾ। ਤੇ ਅੱਛਾ ਕੰਮ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ, ਬੁਰਾ ਫੇਲ ਨਾ ਕਰੋ। ਸਹੀ। ਭਾਵੇਂ ਭਾਈ ਹੈ, ਭਾਵੇਂ ਬੇਟੀ ਹੈ, ਭਾਵੇਂ ਬੀਵੀ ਹੈ, ਭਾਵੇਂ ਭੈਣ ਹੈ, ਸਭ ਨੂੰ ਅੱਛੇ ਜ਼ਿੰਦਗੀ 'ਚ ਅੱਛੇ ਕੰਮ ਕਰਨੇ ਚਾਹੀਦੇ। ਅੱਛੇ ਕੰਮ ਕਰੋ ਤੇ ਅੱਛਾ ਨਤੀਜਾ ਮਿਲੇਗਾ ਜ਼ਿੰਦਗੀ। ਤੇ ਇਹ ਜਿਹੜਾ ਹੋਇਆ ਇਹਦੇ ਵਿੱਚ ਕੀ ਮਿਲਦਾ ਕਿ ਕਿਸ ਵਜ੍ਹਾ ਤੋਂ ਇਹ ਯਾਸਮੀਨ ਦਾ ਹੋ ਗਿਆ, ਕਿ ਘਰ ਵਾਲਿਆਂ ਦੀ ਉਹਨੇ ਗੱਲ ਨਹੀਂ ਮੰਨੀ? ਇਹ ਜਨਾਬ ਘਰ ਵਾਲਿਆਂ ਦੀ ਗੱਲ ਵੀ ਨਹੀਂ ਮੰਨੀ, ਆਪਣੀ ਮਨਮਰਜ਼ੀ ਜਦੋਂ ਧੀ ਜਾਂ ਪੁੱਤਰ ਕਰੇ ਨਾ ਤੇ ਫਿਰ ਭੈੜੇ ਕੰਮ ਦਾ ਭੈੜਾ ਨਤੀਜਾ ਨਿਕਲ ਜਾਂਦਾ। ਠੀਕ ਹੈ, ਹੁਣ ਸਾਡੇ ਨਾਲ ਤਾਂ ਕੋਈ ਰਾਬਤਾ ਕੋਈ ਨਹੀਂ ਸੀ, ਸਾਡੇ ਨਾਲ ਤਾਂ ਰਾਬਤਾ ਹੀ ਕੋਈ ਨਹੀਂ ਸੀ। ਜਾਂ ਸਾਡੇ ਨਾਲ ਰਾਬਤਾ ਕਰਦੀ ਜਾਂ ਹੁੰਦਾ ਤੇ ਅਸੀਂ ਤੇ ਦੱਸਦੇ ਵੀ ਸਾਡੇ ਨਾਲ ਰਾਬਤਾ ਹੁੰਦਾ। ਜਾਂ ਜਿੱਦਣ ਇਹਨੇ ਕਤਲ ਹੋਣਾ ਸੀ, ਜਿੱਦਣ ਮਰਨਾ ਸੀ, ਉਦੋਂ ਹੀ ਕਿਤੇ ਰਾਬਤਾ ਕਰਦੀ ਮਾਂ ਨਾਲ, ਫਿਰ ਵੀ कोई रब्ता नहीं। बड़ी नाजरीन, इस वक्त हमारे साथ तफ्तीशी ऑफिसर SHO गाजी इरफान साहब मौजूद हैं। उन्हीं की ज़ुबानी जान लेते हैं ये कत्ल की, अंधे कत्ल की वारदात हुई, वो उन्होंने किस तरह से ट्रेस की और मकतूला की शनाख्त भी किस तरह से मुमकिन हो सकी, बिलाखिर इन्होंने मुल्ज़मान भी गिरफ्तार कैसे किए, इन्हीं की ज़ुबानी आपको सुनाते हैं। बहुत शुक्रिया गाजी साहब, आपने वक्त दिया। गाजी साहब ये बताएं, ये जो अंधे कत्ल की वारदात हुई कैसे इतलात मिली और तफ्तीश का आगाज़ कैसे शुरू किया गया? सर, मोरखा 8/3/24 को सुबह तकरीबन 7 बजे हमें इतला मिलती है कि एक नामालूम औरत की नाश सुरंगिया नहर के ऊपर किनारे के साथ पड़ी हुई है। ये बदरिया 15 की इतला के ऊपर हम उधर मौके पे जाते हैं। ठीक है। तो नहर के अंदर थी? नहीं, नहर के किनारे। अच्छा, किनारे पे थी। ठीक है। हम उधर जाके डेड बॉडी जब बाहर देखते हैं तो देखते हैं कि ये फायर आर्म इंजरी केस है, उसको फायर लगे हैं। अच्छा, तो फिर इसके पे गोलियां लगी हुई? उसके सर पे लगी, सर पे नजर आ रही। तो फिर हमने लेडीज़ पुलिस को तलब किया, उधर सारा PFS टीम को तलब किया और हमने उसका बॉडी का मुलाजा किया। तो फिर हमने ज़रूरी कार्रवाई के बाद फिर हमने जो है एविडेंस वगैरह इकट्ठी की और फिर हमने उनको लेके आ गए इधर सिविल हॉस्पिटल पसरूर। ठीक है। पोस्टमार्टम के? जी, पोस्टमार्टम के लिए। पोस्टमार्टम से पहले हमने जो हमारे नेल स्वैब थे, फिंगरप्रिंट्स थे, ये सारी हमने कार्रवाई की। PFS के मुताबिक जो थी। अच्छा। क्योंकि उस वक्त तक जो बॉडी है वो नॉन थी, वो कोई पता नहीं चल रहा था कि ये किस औरत की लाश है। ठीक है। नामालूम डेड बॉडी थी, शनाख्त नहीं है। लेकिन
चेहरा जो है वो काबिल शनाख्त जी था? जी, चेहरा वाज़ेह था। ठीक है। अच्छा, तब जब मौके पर पहुंचे तो क्या लगा कि सर में गोलियां मारकर नहर में ही फेंका हुआ था कि बाहर लाश आ चुकी थी नहर में से? नहीं, नहर के बाहर आ चुकी थी, किनारे के साथ लगी थी, पानी कम था तो किनारे के साथ ही डेड बॉडी। वैसे फेंका नहर में? जी जी, हुआ था? फेंका नहर में था। नहर में हुआ था। ठीक है, फिर तफ्तीश का आगाज? जी जी, तफ्तीश का आगाज़ लिया इसका। फिर DPO साहब ने इस वाक़े का नोटिस लिया, फिर SP साहब इन्वेस्टिगेशन की सरबराही में टीम बनाई गई और वाक़े को सारा ट्रेस करने का मुलज़मान और इसकी शनाख्त, ये हमारे लिए एक बहुत बड़ा चैलेंज उस वक्त था। मुश्किल भी होगा मुश्किल क्योंकि था, शनाख्त नहीं थी। ठीक है, शनाख्त के लिए क्या इक़दाम? शनाख्त के लिए हमने फिर फौरी तौर पे सोशल मीडिया पे इसकी तस्वीर शेयर की और इसके दौरान हमने दूसरी कार्रवाई के साथ साथ हमने FIR लॉन्च की और दूसरी कार्रवाई भी हमने की। सोशल मीडिया का सहारा लिया? सोशल मीडिया का हमने सहारा लिया। ठीक है, कि ये लाश फिर मिली। जब पोस्टमार्टम के टाइम लेडी डॉक्टर साहब पहुंच गई थी तो इसी दौरान जो इसके वर्षा हैं, वालदा है और भाई हैं, वो भी उधर आ जाते हैं सिविल हॉस्पिटल। अच्छा, वो भी वो पहुंच जाते इसको हैं? शनाख्त कर लेते हैं। ठीक जब है। आपने उनका इंटरव्यू किया तो उन्होंने बताया कि जब हमारी बेटी है, ये गुजरांवाला रह रही थी और खामद ने इसको छोड़ दिया था और लेकिन हमारा राब्ता बहुत कम था, लेकिन हमने सोशल मीडिया पे जो तस्वीर देखी हमने वहाँ से इसको पहचान लिया। ठीक है, डिवोर्स पहले हो चुकी जी थी? जी, उन्होंने बताया डिवोर्स हो चुका है। क्या शनाख्त क्या हुई, क्या नाम? तो इन्होंने किस नाम बताया से? कि उसका हमारी बेटी है, इसका नाम यास्मीन है अच्छा, और ये यास्मीन। फ्लोरे का कोई इस तरह गांव है, सीओवाल गांव है, वहाँ के रहने वाली है। वहाँ के रहने लेकिन बाद में जो गुजरांवाला इसकी शादी थी वहाँ गुजरांवाला में रह रहे थे। मकतूला की क्या एज थी? मकतूला के 35 ईयर। ठीक है, और शोहर से कब डिवोर्स हो चुकी थी? शोहर के बर 5-6 साल पहले डिवोर्स। 5-6 साल पहले। और उसके बाद घर वालों से भी राब्ते में? जी जी, घर वालों से, तो ये घर वालों से बहुत मिलती बड़ा- नहीं थी, बस ये टेलीफोन है कि कॉल बस करते थे। राब्ता था? राब्ता, टेलीफोन पर राब्ता था। सही है। ये भी चैलेंज था कि अब ये भी किसने हमारे- कर दिया, क्या इधर से भी कोई बात नहीं पता लग इधर सकी से नहीं, कि किसने कत्ल किया या हो सकता ऐसे- कौन ऐसे। था? सही है। फिर आगे किस तरह? फिर हमने पोस्टमार्टम करवाया, ज्यादती के हवाले से भी हमने स्वैब लिए, सारी एविडेंस कलेक्शन सारी की। ठीक है। फिर हमने उसी दौरान इनसे मोबाइल नंबर लिया उसका और डेड बॉडी पोस्टमार्टम के बाद वर्षा के हवाले की और मोबाइल नंबर का हमने CDR अप्लाई किया, ठीक है। CDR हासिल किया। मकतूला का था मोबाइल मकतूला का नंबर? CDR। अच्छा, यहाँ से हम आगे हमारी तफ्तीश शुरू हो जाती है। ये हमारे लिए एक चैलेंज था कि आगे ये किधर रह रही थी, किसके साथ रह रही थी और हमने आगे इसको कैसे ट्रेस करना है, मुलजमान तक कैसे पहुँचना है। सही। हमें CDR में से हमने मिलने के बाद हमने इसमें 45 नंबर से जो हमने सेलेक्ट किए और जिनका हमने एनालिसिस करना शुरू कर दिया। सही। इन 45 नंबर्स का हमने लोकेशन चेक की, उसके वाले से तो किसी एक बंदे की जो इधर मौके पे लोकेशन नहीं आ रही थी, 1 बाय 1। अच्छा, मतलब जितने नंबर्स थे जी जी, उनकी किसी की लोकेशन नहीं आ नहीं, रही? लेकिन उनका इनसे रब्ता था, लेकिन लोकेशन मौके पे नहीं आ रही थी। ठीक है। फिर उनमें इस रब्ता नंबर जो गुजरांवाले के एक शराज लड़का था, एक हसीब था जो चांदा किला वहाँ उसी महल्ले में रह रहे थे जहाँ ये रह रही थी। तो हमने उनको इंटरोगेट ये किया। गुजरांवाले में रहती थी गुजरांवाला अभी में तक चांदा मकतूला? किला रह रही थी सुबह से 3 माह कबल। अच्छा, 3 माह। फिर हमने वहाँ जाके उन लड़कों का इंटरव्यू किया, वो कहते थे इधर हमारे महल्ले में रहती रही है, लेकिन ये यहाँ से शिफ्ट हो गई थी। यहाँ आके फिर हमारे लिए एक नया चैलेंज था कि उसका नया घर वो तलाश करें, वो किधर है। वहाँ हमने महल्ले में सर्च की, यही पता चला कि वो यहाँ से जा चुकी है। सही। लेकिन हमें थोड़ा सा ये आइडिया हो गया लास्ट घर से कि थोड़ा हमें क्लियर होना शुरू हो गई कुछ बातें। वहाँ से उन्होंने एक फलक शेर नाम का लड़के का नाम लिया कि ये फलक शेर के साथ रह रहे थे। अच्छा, ये मालूमात मिल गई जी, आपको? थोड़ी बहुत हमें मालूमात मिल चुकी थी। ठीक है। फिर आगे हमें चलता रहा? आगे सिलसिला ये चलता कितने रोज गुजर चुके थे कत्ल की वारदात को? रहा। कत्ल की वारदात से हमने ये 15 दिन बाद हमने ये गुजरांवाला में पहुंचे और इनका इंटरव्यू किया और ठीक सारा है। हमने चेक करना शुरू कर दिया। ठीक है। इसके बाद फिर फलक शेर का हमें पता नहीं चल रहा था, इसका कोई नंबर वगैरह नहीं था, नंबर ये बंद कर चुका था। इसका बड़ा भाई है, उसका नाम राशिद रऊफ कालू है, वो भी पुलिस मुकाबले में हलाक हो चुका है। ये क्रिमिनल फैमिली है, इनके अच्छे लोग नहीं हैं, मतलब इस तरह के क्रिमिनल लोग हैं अच्छा। जहाँ ये जिनके साथ ये रह रहे थे। अच्छा, मकतूला का जी, जहाँ जी। पे रह रही थी? जी, जी। जिस घर में? अच्छा, राशिद उर्फ कालू। इसमें इंटरेस्टिंग बात ये है कि जो मकतूला का नंबर है वो कुएं से तकरीबन 10 दिन पहले बंद हो चुका था। सही। तो हम यही अज्यूम कर रहे थे कि शायद इसको किसी ने अगवा किया है और 8-10 दिन अपने पास रखा है और 8-10 दिन रखने के बाद इसको कत्ल कर दिया है। सही।
क्योंकि 10 दिन पहले नंबर उसका ऑफ हो चुका होता। अच्छा गाजी साहब, जब आप तफ्तीश कर रहे थे, जैसे गोली आप कह रहे हैं कि मकतूला को सर पे लगी हुई थी, क्या घर वालों पे भी शक गुजरा कि गैरत के नाम पर या कत्ल कर दिया हो या शौहर ने कत्ल कर दिया हो? ऐसे भी तफ्तीश का हिस्सा बनाया गया ऐसी चीज़ों को? जी बिल्कुल शक गुजरा जी। मैंने स्टॉट पे इनके नंबर्स भी लिए हैं और इन सब के, इसका जो ख़ामद है सैमसंग और इसके भाइयों के सब के नंबर्स हासिल किए, उनको बाकायदा चेक किया। फिर तो मैंने क्लियर किया कि इन्होंने इसको नहीं मारा। ठीक है, फिर वो तो पहले से ही मेरे ख्याल से फोत तो शमसून जिंदा है। जी शमसून जिंदा है, लेकिन 6 साल कबल तलाक दे चुका है। लेकिन उसका इस वकूए से तलक नहीं था। फिर मैंने दूसरे जो लोग थे, सस्पेक्ट थे, उनको 1 बाय 1 चेक करना शुरू कर दिया। और भाई वगैरह उनको भी चेक किया? जी जी, भाई वगैरह को भी चेक किया, घर वालों को चेक किया। ठीक है, सबको चेक किया। ठीक है। अब तक ये पता लग चुका था कि यास्मीन जो मकतूला है वो किसी क्रिमिनल फैमिली के साथ लिंक है, उसके ताल्लुकात है। फिर उसके बाद फिर हमने वहाँ से एक नंबर था डस्के का, वो नदीम नाम का बंदा था, उस पर हमने शक गुजरा। हमने उसको इंटरव्यू किया उसका डस्का में जाके। उसने फिर बताया कि जो फलक शेर है वो मेरा कज़न है और वो गुजरांवाला पुलिस के डर की वजह से छोड़कर आ गई थी उनकी फैमिली और इधर किराए के मकान पे रह रहे थे। अच्छा, वो भी गुजरांवाला के रहने वाले? वो भी नहीं, ये डस्के का था। और ये गुजरांवाला से जो फलक शेर है, जो मुलज़म हमारा, ये डस्का में किसी किराए के मकान में रह रहे थे। ठीक है। यहाँ से हमें स्टोरी का पता चल जाता है। वो हमें बता देता है कि फलक शेर ने ही ये काम किया होगा और गुलफाम, ये नदीम बताता ये है? नदीम फलक शेर का कज़न हमें बताता है। अच्छा। फिर हम उसके बयान को वेरीफाई करने के लिए उसके घर का पता चल जाता है। फिर हम उसके घर जाते हैं, वहाँ पे फलक शेर तो नहीं मिलता लेकिन उसकी वालदा मिल जाती है। जब हमने वालदा से मुलाकात की है तो वो 1 घंटे तक हमें कुछ बता नहीं रहे, बार बार यही कह रही थी कि मुझे यास्मीन का पता नहीं है। उसी के पास रहती थी? जी उसी घर में रह रहे थे। अच्छा, उसी घर में रहती थी। काफ़ी देर हम उनसे पूछते रहे कि यास्मीन का आपको पता है कि मर्डर हो चुका है? हमने फिर उसको सारी तस्वीरें दिखाई। ये फेसबुक पर तस्वीर थी वो भी उनको मोबाइल पे दिखाई। ठीक है। फिर कुछ CDR थे वो भी दिखाए। फिर नदीम था जिसने इंकशाफ किया, फिर नदीम भी, उसको भी बुलाया। फिर नदीम ने भी उनको बताया कि मैंने सच्ची बात बता दी था। नदीम को भी थोड़ा बहुत आइडिया था। अच्छा। इन्होंने ही मारा है। अच्छा। फिर उसकी वालदा ने बाद में हमें सारी स्टोरी बताई किस तरह। क्या रात को 8 बजे फलक शेर और इसका दोस्त है गुलफाम है। ये जब लाश मिली उससे कितने दिन पहले? एक दिन पहले। अच्छा। उसी रात को ये 8 बजे तकरीबन मोटरसाइकिल पर लेकर गए हैं। कौन कौन? गुलफाम और इसका दोस्त है और फलक शेर है इसका मकतूला का देवर। अच्छा, ठीक है। इन्होंने बहाने से उसको ये कहा है कि शॉपिंग के लिए हमारे साथ चलें, बाज़ार हमने कुछ चीज़ें लेनी हैं। बहाने से उसको अपने साथ लेकर गए हैं मोटरसाइकिल पर। और फिर ये बाइक पे डस्के से इस तरफ नहर की एक पटड़ी साथ साथ ये इधर आए सुरंगिया नहर की तरफ। यहाँ फिर इन्होंने आके उसको फायर मार के मर्डर किया। फलक शेर ने फायर मार दिया। सही है। वालदा ने क्या बताया? वालदा ने ये बताया कि मेरा बेटा जो राशिद रफ कालू है बड़ा, वो पुलिस मुकाबले में हलाक हो चुका है। अभी जब फलक शेर है मेरा छोटा बेटा, इसके साथ यास्मीन रह रही थी। तो फलक शेर उसके साथ शादी करना चाहता है। कालू के साथ क्या हुआ था? वो पुलिस मुकाबले में हलाक हो चुका है। ये उसकी बीवी थी। हमने उसका रिकॉर्ड चेक किया। दूसरी शादी वहाँ पे की? जी दूसरी शादी वहाँ पे की। कितना अरसा पहले? ये 1 साल पहले की बात है। अच्छा, शादी की? शादी की थी। ठीक है। और इसी घर में रह? इसी घर में रहा। और फिर वो कहाँ पे गया राशिद पुलिस मुकाबले में हलाक हो चुका था। और इसके बाद इसका फलक शेर छोटा भाई है राशिद का, ये इससे शादी करना चाहता था अपनी भाभी के साथ। अच्छा अच्छा अच्छा। इसी घर में ये रह रही थी। अच्छा, फिर वालदा ने बताया कि उससे भी शुबा है या उसे यकीन है कि उसके बच्चे नहीं मारे? नहीं, वालदा ने कहा कि मुझे यकीन आया कि मेरे बेटों ने मर्डर किया। वही इसको लास्ट टाइम घर से लेकर गए थे और जब वापस आए हैं तो वो यास्मीन साथ नहीं थी। तो फिर मुझे कन्फर्म हो गया कि इन्होंने मर्डर कर दिया। तो पूछा उन्होंने खुद से फलक शेर से? जी उन्होंने पूछा। जी वो कहती है मैंने अपने बेटे से पूछा कि वो किधर है। हाँ। तो उन्होंने अपनी वालदा से यही कहा कि हमने उसका मर्डर कर दिया। अच्छा। तो ये फिर खामोश रही है, इसने कोई इन्फॉर्मेशन पुलिस को नहीं दी। अच्छा। ये हमने फिर CDR के जरिए हम फिर यहाँ तक पहुँचे हैं। ठीक है। मुलजिम कहाँ पे था फलक शेर और उसका साथी? ये उस वक्त फरार थे, घर में नहीं थे। फिर गिरफ्तारी किस तरह से अमल में लाएगी? फिर हमने जब ये क्लियर हो गए हैं तो फिर हमने इनको सैटरडे को हम दोनों को गिरफ्तार किया। दोनों को गिरफ्तार? जी दोनों को गिरफ्तार करके फिर जब तफ्तीश का आगाज किया तो इसने क्या इतराफ़ जुर्म किया? इसने इतराफ़ जुर्म किया है कि मैं अपनी भाभी से। वजह क्या थी सबसे पहले? इसकी ये वजह बताता है कि मैं इससे शादी करना चाहता था अपनी भाभी से, लेकिन इसको कुछ फ़ोन कॉल्स आती थी जिससे मैंने इसको मना किया था।
अच्छा। इस वजह से मैंने गैरत के नाम पे इसको मर्डर किया कि मैंने कहा था फ़ोन ना सुना करो, फ़ोन का इस्तेमाल ना किया करे। अच्छा। लेकिन इस वजह से मेरी उसके साथ लड़ाई हुई थी और मैंने फिर इसको मर्डर कर दिया। उससे मतलब शक था? उस पे शक था फ़ोन कॉल्स का कि कुछ कॉल्स आती लड़कों की। सिर्फ शक की बिना पर? जी, इसी शक की बना पे। और कोई मतलब? और कोई इसके अलावा कोई नहीं। प्लानिंग कब की इन लोग? प्लानिंग इसने वकूवे से एक हफ्ता पहले अपने जो दूसरा इसका कोक यूज़ है गुलफाम, उसको साथ मिलाया और फिर इस तरह प्लानिंग करके इन्होंने कहा कि इसको बहाने से लेकर जाएंगे। अच्छा। तो बाज़ार जाना है और बहाने से लेके गए घर से कि बाज़ार चलते हैं और फिर आगे इन्होंने मर्डर कर दिया। ठीक है। और कत्ल करके लाश किससे दूध में फेंकी थी और कहाँ से मिली? ये निकले हैं इलाका थाना जो है डस्का से, और डेड बॉडी जो फेंकी है ये इलाका थाना सदर और पसूर गोली है। किसने मारी है? गोली फलक शेर ने मारी है, 2 फायर मारे हैं, एक हेड इंजरी है और एक पेट पे। अच्छा, एक सर पे मारा और एक पेट पे। और उसके बाद लाश? उसके बाद वो लाश उधर फेंक के फिर ये फरार हो गए। फरार हो गया। यस। ठीक है। तो पहले भी मुलजिम पे कोई मुकदमा आते हैं? क्रिमिनल है? जी क्रिमिनल है। इसके गुजरांवाला में भी दहशतगर्दी कोड में भी केसेस हैं और दूसरा बम्बावाला थाना में भी केसेस हैं, डकैतियाँ भी हैं और अगवा बरैतवान भी है। अगवा बरैतवान की बात करते हैं। तो इस मकतूला के कोई बच्चे भी थे? नहीं, बच्चे नहीं। किसी भी शादी में पहली भी? नहीं, बच्चे नहीं थे कोई। तो फिर ये मुकदमा तो पहले पुलिस की मुद्दत में दर्ज हो गया ना, नामालूम जब लाश मिली, बाद में तब्दील हो गई इसका भाई खालिद है, अभी हमने उसको मुद्दई बनाया है, अभी वो इसके पैरवी करेगा। ठीक है। बिल आखिर आपने ट्रेस भी कर लिया, मुलजमान को भी गिरफ्तार कर लिया, उन्होंने इंकशाफ भी कर दिया। क्या समझते हैं, क्या वजूहात है, लोगों को क्या मैसेज देना चाहेंगे कि किन चीज़ों से एहतियात करनी चाहिए ताकि इस नुकसान? सलमान भाई, सारे वकूवे से जो नतीजा मैं अक्सर करता हूँ वो यही है कि इस औरत का क्रिमिनल लोगों से तल्लक बन गया और उसको इस फैमिली का पता नहीं था, ना राशिद उर्फ कालू का। तो उसने उससे शादी की और बाद में वो पुलिस मुकाबले में हलाक हुआ और ये छोटा भाई है, यही भी क्रिमिनल है। तो मैसेज यही है कि जो बुरे लोग, इस तरह के क्रिमिनल लोग हैं, इनसे बचना चाहिए, अवॉइड करना चाहिए। यही मेरा पैगाम है। अच्छा, अब इस कत्ल केस में इससे करार वाक़ई सज़ा दिलवाने के लिए क्या इक़दाम कर रहे हैं? अभी हमने मुलज़मान से रिकवरी करनी है, रिकवरी करेंगे, वेपन ऑफ क्राइम जो है वो बरामद करेंगे। सही। अदर दैन दिस हम इनका DNA करवाएंगे PFS से, जो हमने एविडेंस कलेक्शन की है उनसे कंपैरिजन करवाएंगे और जो सारे सबूत हैं वो इकट्ठे करके फिर हम अदालत में पेश करेंगे। फिर अदालत में? जी, अभी मुलज़मान हमारे पास फिजिकल रिमांड पे हैं, तो अभी हम विद इन 4-5 डेज हम इसको कंप्लीट कर देंगे इन्वेस्टिगेशन में। सही है। आपको यकीन है कि इनको इनके किए की करार वाक़ई? जी इंशाल्लाह ज़रूर मिलेगा। ब्लाइंड मर्डर्स होते हैं, इसकी क्या SOPs होती हैं, किस तरह से तफ्तीश करते हैं और बिलाकर कैसे ये सब कुछ जो है ट्रेस हो जाता है? जी, ब्लाइंड मर्डर में जहाँ पर अननोन डेड बॉडी है उसके फिंगरप्रिंट्स लेते हैं हम सबसे पहले, फिर उसका DNA लेते हैं और ये सारे एविडेंस कलेक्शन है। ख़ास तौर पे बच्चों के केस में हो या औरत के केस में हो तो उसके जो ज़्यादती के वाले से है वो लाजमी आप स्वैब लाजमी लेते हैं हम, फिर उनका DNA, मुलज़म पकड़े जाते हैं, फिर उनका DNA कंपैरिजन करवाते हैं, PFS की रिपोर्ट आती है, तो ये एक एविडेंस होती है मुलज़म के ख़िलाफ़ जो अदालत में पेश करते हैं। ठीक है। और सियालकोट में बहुत से केसेस, तकरीबन 100 के करीब आपने ब्लाइंड मर्डर के केसेस जो है वो 100 के करीब मैंने टोटल तफ्तीशें की हैं और जो पिछले 5 साल में मैंने 14 के करीब ब्लाइंड मर्डर ट्रेस किए हैं। 14 के करीब? जी। और 100 तफ्तीशें तकरीबन? जी, 100 के करीब मैंने मर्डर कत्ल की? जी 100 के करीब की। सही है। तो ये एक वसी तजर्बा है और कैसे इसमें महारत, क्योंकि SHO के पास तो इतना वक्त नहीं होता, उसने इलाके को भी संभालना होता है, तो ये सब कुछ कैसे मैनेज कर लेते हैं? मैंने सलमान भाई आपसे पहले कहा कि हम CDR लेते हैं हर मर्डर केस की, या ख़ास पर ब्लाइंड मर्डर की SOP अलहदा होती है। ये आप ये ना समझे कि इस केस में आपने CDR से ट्रेस किया और हर केस CDR से ट्रेस करेंगे, उसमें आप बार बार मौके पर जाएं, क्राइम सीन को विज़िट करें और उसके घर लाजमी जाएं, उसके कमरे की तलाशी लें, जहाँ पे मकतूल का कमरा है उसकी चीज़ें चेक करें। मैंने एक केस उसके कमरे की तलाशी के दौरान वहाँ से एक मोबाइल नंबर मिला था, एक चिट मिली थी, मैंने वो भी केस सॉल्व किया। सही। तो ये आप हर एंगल से तफ्तीश करें, ये
और फिर आप कामयाब होंगे। इसमें सख्त मेहनत की ज़रूरत है। ठीक है नाज़रीन, आज के प्रोग्राम में उन खवातीन के लिए पैगाम है जो अपने सर के ताज यानी शौहर की मौजूदगी में किसी दूसरे के साथ नाजायज ताल्लुकात इस्तवार कर लेती हैं, जैसा कि यास्मीन ने किए। अगर खवातीन के लिए कोई मुखलिस रिश्ते हैं तो वो बाप, भाई और शौहर हैं। इसके अलावा कोई तीसरा आपका हमदर्द बनता है तो वो हरगिज आपका हमदर्द नहीं बल्कि आपको तबाहो बर्बाद करने के लिए आया है, जैसा कि यास्मीन को एक शख्स ने वर्गलाया और तबाहो बर्बाद कर दिया और बेदर्दी के साथ सर में गोलियां मारकर मौत के घाट उतार दिया। लिहाजा सिर्फ अपने बाप, भाई और शौहर की ही मर्जी को अपनाएं ताकि ऐसे भयानक नताइज से बचा जा सके। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।